पोतरा भी ना ले जी ਇਹ ਤੇ ਪੋਤਰੇ ਨੇ ਮਾਰਿਆ ਗੰਦਾ ਬੰਦਾ ਹੈ ਤੇ ਪੰਜਾਬ ਦਾ ਵਿਨਾਸ਼ ਕਰਨ ਤੇ ਲੱਗਾ ਹੈ। ਪਰ ਜਿਹੜਾ ਆਹ ਕੇਸ ਹੈ ਜਿੱਦਾਂ ਜਲਾਲਪੁਰ ਵਾਲਾ ਤੁਸੀਂ ਕੇਸ ਦੱਸ ਰਹੇ ਹੋ ਜਾਂ ਮੇਰੇ ਨੌਲੇਜ 'ਚ ਵੀ ਹੈ, ਇੱਕ ਐਕਸੈਪਸ਼ਨਲ ਜਿੱਥੇ ਕਹੀਦਾ ਕਿ ਹਵਾਨੀਅਤ ਦੀ ਕੋਈ ਹੱਦ ਨਹੀਂ ਰਹਿ ਗਈ। ਬਈ ਇੱਕ 6 ਸਾਲ ਦੀ ਬੱਚੀ, ਕੀ ਉਹਦੀ ਉਮਰ ਹੈ, ਕੀ ਦੇਖਿਆ ਉਸ ਬੱਚੇ ਨੇ ਸੰਸਾਰ ਦੇ ਵਿੱਚ, ਔਰ ਉਸ ਨਾਲ ਹੈਵਾਨੀਅਤ ਇਸ ਹੱਦ ਤੱਕ ਹੋਵੇ ਜਿੱਥੇ ਤੱਕ ਆਰੋਪੀਆਂ ਦਾ ਸਵਾਲ ਹੈ। ਇਸ ਟਾਈਮ ਇੱਕ ਦਾਦਾ ਔਰ ਉਹਦੇ ਪੋਤਾ ਦੋਨਾਂ ਤੇ ਹੈਵਾਨੀਅਤ ਦਾ ਆਰੋਪ ਹੈ ਔਰ ਦੋਨਾਂ ਤੇ ਲਾਸ਼ ਸਾੜਨ ਤੇ ਉਹਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਦਾ ਆਰੋਪ ਵੀ ਹੈ। मेरे को ये पता नहीं था कि मेरा बच्चा के निफर के ले जाएगा। ਮੈਂ ਉਹਨਾਂ ਨਾਲ ਗੱਲਬਾਤ ਕਰਦੇ ਇਹੀ ਤੈਅ ਕੀਤਾ ਕਿ ਮੈਂ ਉਹਨਾਂ ਨੂੰ ਕਿਹਾ ਮੈਂ ਇੱਕ ਪੈਸਾ ਵੀ ਤੁਹਾਡੇ ਤੋਂ ਚਾਰਜ ਨਹੀਂ ਲਵਾਂਗਾ। मां में देख ला मां सारा पिंड तेरे नाल है। 6 ਸਾਲ ਦੀ ਬੱਚੀ ਐਕਸੈਪਸ਼ਨਲ ਰੇਅਰੈਸਟ ਆਫ ਰੇਅਰ ਕੇਸ, ਇਸ ਕਰਕੇ ਮੈਂ ਕਹਿੰਦਾ ਇਹਨੂੰ 6 ਸਾਲ ਦੀ ਬੱਚੀ, ਉਹਨੇ ਕੀ ਵਿਗਾੜਿਆ ਸੀ? ਉਹਦਾ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਤੁਸੀਂ ਉਹਦਾ ਜਬਰ ਜਨਾਹ ਕੀਤਾ ਪਹਿਲੋਂ, ਔਰ ਜਬਰ ਜਨਾਹ ਤੋਂ ਬਾਅਦ ਤੁਸੀਂ ਉਸ ਗੱਲ ਨੂੰ ਦੱਬਣ ਲਈ ਜੋ ਹੱਦ ਤੱਕ ਜਾ ਸਕਦੇ ਸੀ ਵੀ ਤੁਸੀਂ ਉਹਨੂੰ ਐਵੀਡੈਂਸ ਨਸ਼ਟ ਕਰਨ ਲਈ ਉਹਦੀ ਬਾਡੀ ਨੂੰ ਤੁਸੀਂ ਜਲਾ ਦਿੱਤਾ ਮਾਰ ਕੇ। इतना जो समाज अभी आया है, इसका मन में क्या है कि उसको फांसी होना चाहिए, तो उसके साथ हम भी हैं। ਪੀੜਿਤ ਪਰਿਵਾਰ ਨਾਲ ਖੜਾ ਤੇ ਪੀੜਿਤ ਪਰਿਵਾਰ ਨੂੰ ਇਨਸਾਫ ਮੈਂ ਤਦੇ ਹੀ ਦਿਵਾ ਸਕੂੰਗਾ ਕਿ ਦੋਸ਼ੀਆਂ ਨੂੰ ਵੱਧ ਤੋਂ ਵੱਧ ਜਿਹਦੇ 'ਚ ਫਾਂਸੀ ਦੀ ਸਜ਼ਾ ਵੀ ਇਨਕਲੂਡ ਹੈ ਉਹ ਹੋਵੇ, ਤਾਂ ਕਿ ਉਸ ਪਰਿਵਾਰ ਨੂੰ ਮੈਂ ਸਕੂਨ ਦੇ ਸਕਾਂ। पाप है, बहुत बड़ा पाप है, ठीक है ना। ਤਰ੍ਹਾਂ ਸੀਸੀਟੀਵੀ ਫੁਟੇਜ ਨੋ ਡਾਊਟ ਇੱਕ ਬਹੁਤ ਵੱਡਾ ਐਵੀਡੈਂਸ ਹੈ। ਜੇ ਅਸੀਂ ਲਗਾਈਏ ਵੀ ਆਦਮੀ ਝੂਠ ਬੋਲ ਸਕਦੇ, ਟੈਕਨੋਲੋਜੀ ਝੂਠ ਨਹੀਂ ਬੋਲਦੀ, ਤੇ ਉਸੇ ਹਿਸਾਬ ਨਾਲ ਸੀਸੀਟੀਵੀ ਫੁਟੇਜ ਐਵੀਡੈਂਸ। ਹੁਣ ਜੇ ਮੈਂ ਹੀ ਦੋਸ਼ੀਆਂ ਦਾ ਵਕੀਲ ਹੋਵਾਂ, ਕੀ ਮੈਂ ਉਸ ਸੀਸੀਟੀਵੀ ਫੁਟੇਜ ਨੂੰ ਕਹੂੰਗਾ ਸਹੀ ਹੈ? ਮੈਂ 100 ਤਰ੍ਹਾਂ ਦੇ ਆਬਜੈਕਸ਼ਨ ਖੜੇ ਕਰਾਂਗਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, ਬੀਤੇ ਦਿਨੀ ਟਾਂਡਾ ਦੇ ਪਿੰਡ ਜਲਾਲਪੁਰ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ 6 ਸਾਲਾ ਮਾਸੂਮ ਧੀ ਦੇ ਨਾਲ ਦਾਦੇ ਤੇ ਪੋਤੇ ਦੇ ਵੱਲੋਂ ਜਬਰ ਜਨਾਹ ਕੀਤਾ ਗਿਆ। ਉਸ ਨੂੰ ਸਾੜ ਕੇ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਦੇ ਵੱਲੋਂ ਸਖਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤੇ ਹੈ। ਪਰ ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਜਿੱਥੇ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਦੇ ਨਾਲ ਆ ਕੇ ਖੜੀਆਂ ਨੇ, ਤਾਂ ਉੱਥੇ ਹੀ ਹੁਸ਼ਿਆਰਪੁਰ ਤੋਂ ਇੱਕ ਐਡਵੋਕੇਟ ਨਵੀਨ ਜੈਰਤ ਜੀ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਇਸ ਮਾਸੂਮ ਧੀ ਦਾ ਕੇਸ ਫ੍ਰੀ ਲੜਨਗੇ, ਕੋਈ ਵੀ ਫੀਸ ਇਸ ਪਰਿਵਾਰ ਤੋਂ ਨਹੀਂ ਲੈਣਗੇ ਔਰ ਜਿਹੜੇ ਆਰੋਪੀ ਨੇ ਉਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਉਣ ਲਈ ਕਾਨੂੰਨ ਦੀ ਹਰ ਦਾਅ ਪੇਚ ਖੇਡਣਗੇ। ਸਾਡੇ ਨਾਲ ਐਡਵੋਕੇਟ ਨਵੀਨ ਜੈਰਤ ਜੀ ਨੇ। ਜੈਰਤ ਜੀ, ਸਵਾਗਤ ਹੈ ਤੁਹਾਡਾ ਹਮਦਰਦ ਟੀਵੀ। ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਜੈਰਤ ਜੀ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ, ਜਿਸ ਤਰੀਕੇ ਦੀ ਇਹ ਬਹੁਤ ਸ਼ਰਮਨਾਕ ਘਟਨਾ ਕਹਿ ਲਈਏ, ਦਿਲ ਦਹਿਲਾਉਣ ਵਾਲੀ ਘਟਨਾ ਕਹਿ ਲਈਏ, ਤੁਸੀਂ ਕਿਵੇਂ ਦੇਖਦੇ ਹੋ ਬਤੌਰ ਵਕੀਲ? ਸੁਖਵਿੰਦਰ, ਬੀਇੰਗ ਕ੍ਰਿਮੀਨਲ ਵਕੀਲ, ਜੇ ਆਪਾਂ ਗੱਲ ਕਰੀਏ, ਸਾਡੇ ਕੋਲ ਹਰ ਤਰ੍ਹਾਂ ਦਾ, ਹਰ ਕੇਸ ਦੇ ਦੋ ਪਹਿਲੂ ਹੁੰਦੇ ਆ। ਇੱਕ ਪਹਿਲੂ ਤਾਂ ਹਮੇਸ਼ਾ ਹੁੰਦਾ ਕਿ ਕ੍ਰਿਮੀਨਲ ਕੇਸ 'ਚ ਸਟੇਟ ਸ਼ਬਦ ਕਿਉਂ ਯੂਜ਼ ਕੀਤਾ ਜਾਂਦਾ, ਕਿ ਸਰਕਾਰ ਦੂਸਰੀ ਸਾਈਡ ਹੁੰਦੀ, ਪੀੜਤ ਦੇ ਨਾਲ ਸਰਕਾਰ ਖੜੀ ਹੁੰਦੀ ਹੈ। ਦੂਸਰਾ ਪੱਖ ਇਹ ਹੁੰਦਾ ਕਿ ਕਈ ਵਾਰ ਦੋਸ਼ੀਆਂ ਵੱਲੋਂ ਵੀ ਜਦੋਂ ਅਸੀਂ ਕੇਸ ਲੜੀਦੇ ਆ ਅਤੇ ਉਹਦੇ 'ਚ ਕਈ ਵਾਰ ਆਉਂਦੀ ਕਿ ਫਾਲਸ ਇੰਪਲੀਕੇਸ਼ਨ ਦੀ ਵੀ ਗੱਲ ਆ ਜਾਂਦੀ ਹੈ। ਪਰ ਜਿਹੜਾ ਆਹ ਕੇਸ ਹੈ ਜਿੱਦਾਂ ਜਲਾਲਪੁਰ ਵਾਲਾ ਤੁਸੀਂ ਕੇਸ ਦੱਸ ਰਹੇ ਹੋ ਜਾਂ ਮੇਰੇ ਨੌਲੇਜ 'ਚ ਵੀ ਹੈ, ਇੱਕ ਐਕਸੈਪਸ਼ਨਲ ਜਿੱਥੇ ਕਹੀਦਾ ਕਿ ਹਵਾਨੀਅਤ ਦੀ ਕੋਈ ਹੱਦ ਨਹੀਂ ਰਹਿ ਗਈ। ਬਈ ਇੱਕ 6 ਸਾਲ ਦੀ ਬੱਚੀ, ਕੀ ਉਹਦੀ ਉਮਰ ਹੈ, ਕੀ ਦੇਖਿਆ ਉਸ ਬੱਚੇ ਨੇ ਸੰਸਾਰ ਦੇ ਵਿੱਚ, ਔਰ ਉਸ ਨਾਲ ਹੈਵਾਨੀਅਤ ਇਸ ਹੱਦ ਤੱਕ ਹੋਵੇ ਜਿੱਥੇ ਤੱਕ ਆਰੋਪੀਆਂ ਦਾ ਸਵਾਲ ਹੈ। ਇਸ ਟਾਈਮ ਇੱਕ ਦਾਦਾ ਔਰ ਉਹਦੇ ਪੋਤਾ ਦੋਨਾਂ ਤੇ ਹੈਵਾਨੀਅਤ ਦਾ ਆਰੋਪ ਹੈ ਔਰ ਦੋਨਾਂ ਤੇ ਲਾਸ਼ ਸਾੜਨ ਤੇ ਉਹਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਦਾ ਆਰੋਪ ਵੀ ਹੈ। ਤੇ ਇਸ ਤੋਂ ਵੱਧ ਹੈਵਾਨੀਅਤ ਕੀ ਹੋ ਸਕਦੀ ਹੈ? ਉਸ ਬਜ਼ੁਰਗ ਦੀ ਉਮਰ ਕਿੰਨੀ ਹੋਏਗੀ, ਪੋਤੇ ਦੀ ਉਮਰ, ਉਹ 6 ਸਾਲ ਦੀ ਬੱਚੀ ਅੱਗੇ ਕੀ ਉਮਰ ਹੈ? ਇਹਨੂੰ ਮੈਂ ਕਹਿੰਦਾ ਹੁੰਦਾ ਐਕਸੈਪਸ਼ਨਲ ਕੇਸ। ਜਿੱਦਾਂ ਸਾਡੇ ਉਹਦੇ ਵਿੱਚ ਹੁੰਦਾ ਨਾ, ਜਦੋਂ ਸਜ਼ਾ ਵੀ ਹੁੰਦੀਆਂ, ਕਹਿੰਦੇ ਰੇਅਰੈਸਟ ਆਫ ਰੇਅਰ ਕੇਸ ਜਿਹੜਾ ਹੁੰਦਾ ਵੀ, ਜਿਹੜਾ ਕਿਤੇ ਆਉਂਦਾ ਜਾ ਕੇ ਰੂਟੀਨ ਨਾਲੋਂ ਹਟ ਕੇ, ਉਹਦੇ 'ਚ ਵੱਡੀ ਸਜ਼ਾ ਹੁੰਦੀ ਹੈ। ਇਹਨੂੰ ਮੈਂ ਰੇਅਰੈਸਟ ਆਫ ਰੇਅਰ ਕੇਸ ਦੀ ਕੈਟਾਗਰੀ ਵਿੱਚ ਦੇਖਦਾ ਕਿ ਇੱਦਾਂ ਦੀ ਹਵਾਨੀਅਤ ਦਾ ਤਾਂ ਕੋਈ ਹੱਦ ਤੋਂ ਵੱਧ ਜਿੰਨੀ ਆਪਾਂ
ਸੋਸ਼ਲ ਹੋਣ ਦੇ ਨਾਤੇ ਵੀ, ਵਕੀਲ ਹੋਣ ਦੇ ਨਾਤੇ ਮੇਰਾ ਕੰਮ ਕੋਰਟ ਵਿੱਚ ਹੈ, ਪਰ ਸੋਸ਼ਲ ਨਾ ਹੋਣ ਦੇ ਨਾਤੇ ਵੀ ਜਿੰਨੀ ਉਹਦੀ ਆਲੋਚਨਾ ਕੀਤੀ ਜਾਵੇ, ਜਿੰਨਾ ਇਹਨੂੰ ਨਿਖੇਧੀ ਕੀਤੀ ਜਾਵੇ, ਮੇਰਾ ਖਿਆਲ ਘੱਟ ਹੋਵੇਗੀ। ਜਰਜ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਤੁਸੀਂ ਵੀ ਐਲਾਨ ਕੀਤਾ ਹੈ, ਤੁਸੀਂ ਪਰਿਵਾਰ ਦੇ ਲਈ ਅੱਗੇ ਆਏ ਹੋ, ਕੀ ਐਲਾਨ ਕੀਤਾ ਹੈ, ਮੈਂ ਜਾਣਨਾ ਚਾਹੂੰਗਾ। ਮੈਂ ਤਾਂ ਅੱਜ ਪਰਿਵਾਰਿਕ ਮੈਂਬਰਾਂ ਨਾਲ ਫੋਨ ਤੇ ਹੀ ਗੱਲ ਕੀਤੀ ਜਦੋਂ ਮੈਂ ਪ੍ਰੈਸ ਰਿਪੋਰਟਸ ਦੇਖ ਰਿਹਾ ਸੀ, ਔਰ ਮੇਰਾ ਵੀ ਅੰਦਰੋਂ ਆਪਣਾ ਆਪ ਝੰਕੋਰ ਕੇ ਰੱਖ ਦਿੱਤਾ। ਤੇ ਮੈਂ ਕਿਹਾ ਕੇਸ ਤਾਂ ਰੋਜ਼ ਲੜਦੇ ਆ, ਕਲਾਇੰਟਸ ਤੋਂ ਪੈਸੇ ਵੀ ਮੂੰਹ ਮੰਗੇ ਲੈਂਦੇ ਆ, ਕਦੀ ਕਦੀ ਇੱਦਾਂ ਦਾ ਮੌਕਾ ਮਿਲਦਾ ਜਦੋਂ ਸਮਾਜ ਦੇ ਵਿੱਚ ਕਿਸੇ ਲਈ ਲੜਨ ਲਈ ਮੌਕਾ ਮਿਲਦਾ ਵੀ ਜਿੱਥੇ ਮੈਂ ਉਸ ਪਰਿਵਾਰ ਨਾਲ ਗੱਲ ਕੀਤੀ ਔਰ ਉਹਨਾਂ ਨੂੰ ਮੈਂ ਆਫਰ ਕੀਤਾ ਵੀ ਉਹਨਾਂ ਦੇ ਫਾਦਰ ਸਾਹਿਬ ਨਾਲ ਵੀ ਲੜਕੀ ਦੇ ਨਾਲ ਮੇਰੀ ਗੱਲਬਾਤ ਹੋਈ, ਉਹਨਾਂ ਦੀ ਵੱਡੀ ਭੈਣ ਨਾਲ ਵੀ, ਜਿਹਦੇ ਨਾਲ ਜਬਰ ਜਨਾਹ ਹੋਇਆ ਉਹਦੇ ਨਾਲ ਵੀ, ਉਹ ਤਾਂ ਵਿਚਾਰੀ ਇਸ ਸੰਸਾਰ 'ਚ ਨਹੀਂ ਹੈ। ਤੇ ਉਸ ਗੱਲਬਾਤ ਤੋਂ ਬਾਅਦ ਮੈਂ ਉਹਨਾਂ ਨਾਲ ਗੱਲਬਾਤ ਕਰਦੇ ਇਹੀ ਤੈਅ ਕੀਤਾ ਕਿ ਮੈਂ ਉਹਨਾਂ ਨੂੰ ਕਿਹਾ ਮੈਂ ਇੱਕ ਪੈਸਾ ਵੀ ਤੁਹਾਡੇ ਤੋਂ ਚਾਰਜ ਨਹੀਂ ਲਵਾਂਗਾ, ਕਿ ਕੋਰਟ ਦੇ ਵਿੱਚ ਭੁੱਲ ਜਾਓ ਵੀ ਕੋਰਟ 'ਚ ਇੱਕ ਪੈਸਾ ਵੀ ਤੁਹਾਡਾ ਲੱਗਣ ਦੇਵਾਂਗਾ, ਕਿਉਂਕਿ ਸਮਾਜਿਕ ਹੋਣ ਦੇ ਨਾਤੇ ਵੀ ਜੋ ਮੈਂ ਫਾਇਦਾ ਉਹਨਾਂ ਦਾ ਕਰ ਸਕਦਾ। ਇੱਕ ਗਰੀਬ ਪਰਿਵਾਰ ਆ, ਮਜ਼ਦੂਰ ਪਰਿਵਾਰ ਹੈ। ਜਦੋਂ ਮੈਂ ਉਹਨੂੰ ਫ਼ੋਨ ਕਰ ਰਿਹਾ ਸੀ, ਮੈਂ ਕਿਹਾ ਸੀ ਮੇਰਾ ਨੰਬਰ ਸੇਵ ਕਰ ਲਓ, ਤੇ ਉਹ ਅੱਗੇ ਮੈਨੂੰ ਕਹਿ ਰਹੇ ਸੀ ਬਾਊ ਜੀ ਮੁਝੇ ਤਾਂ फ़ोन ਵੀ ਸੇਵ ਕਰਨਾ ਨਹੀਂ ਆਤਾ। ਤੇ ਉਹ ਬੰਦੇ ਕਾਨੂੰਨੀ ਅੜਚਨਾ, ਕਾਨੂੰਨੀ ਪਹਿਲੂਆਂ ਨੂੰ ਜਾਣਕਾਰੀ, ਠੀਕ ਹੈ ਸਰਕਾਰੀ ਵਕੀਲ ਮਿਲਣਾ, ਪਰ ਮੈਂ ਪ੍ਰਾਈਵੇਟ ਵਕੀਲ ਦੇ ਤੌਰ 'ਤੇ ਉਹਨਾਂ ਨਾਲ ਹਰ ਤਰ੍ਹਾਂ ਖੜਾ, ਜਿਹੜਾ ਪਰਿਵਾਰ ਨੇ ਐਕਸੈਪਟ ਵੀ ਕੀਤਾ। ਤੇ ਮੈਂ ਉਹਨਾਂ ਦਾ ਕੇਸ ਜਦੋਂ ਸੈਸ਼ਨ ਕੋਰਟ ਆਏਗਾ ਉਸ ਪੀੜਿਤ ਪੱਖ ਵੱਲੋਂ ਲੜੂੰਗਾ, ਉਹ ਕੇਸ ਫ੍ਰੀ ਆਫ ਕਾਸਟ। ਮੈਂ ਜਾਣਨਾ ਚਾਹੂੰਗਾ ਇਸ ਕੇਸ ਦੇ ਵਿੱਚ ਧਾਰਾਵਾਂ ਕੀ ਲੱਗੀਆਂ ਨੇ? ਹਾਲਾਂਕਿ ਆਪਾਂ ਸਿਰਫ ਇੱਦਾਂ ਦੇਖਦੇ ਹਾਂ ਵੀ ਬਲਾਤਕਾਰ ਦੀਆਂ ਜਾਂ ਜਬਰ ਜਨਾਹ ਦੀ ਧਾਰਾ ਲੱਗੀ ਹੈ, ਕਤਲ ਦੀ ਧਾਰਾ ਲੱਗੀ ਹੈ, ਉਹ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਧਾਰਾ ਲੱਗੀ ਹੈ, ਪਰ ਟੈਕਨੀਕਲੀ ਸਮਝਣਾ ਚਾਹੂੰਗਾ ਵੀ ਕਿਵੇਂ, ਕਿਉਂਕਿ ਇਹਦੇ ਵਿੱਚ 2 ਅਕਿਊਜ਼ਡ ਬਣਾਏ ਗਏ ਨੇ, 2 ਆਰੋਪੀ ਬਣਾਏ ਗਏ ਨੇ, ਦਾਦਾ ਤੇ ਪੋਤਾ। ਟੈਕਨੀਕਲੀ ਸਮਝਣਾ ਚਾਹੂੰਗਾ ਵੀ ਇਸ ਕੇਸ ਦੇ ਵਿੱਚ ਕਿਹੜੀਆਂ ਧਾਰਾਵਾਂ ਨੇ ਔਰ ਕਿੱਦਾਂ ਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ। ਸੁਖਵਿੰਦਰ ਜੀ, ਜਦੋਂ ਕਿਸੇ ਕੇਸ ਦੇ ਵਿੱਚ ਕਤਲ ਕੋਈ ਹੁੰਦਾ, ਕਿਉਂਕਿ ਇਹ 'ਚ ਜਬਰ ਜਨਾਹ ਤੋਂ ਬਾਅਦ ਕੁੜੀ ਦਾ ਕਤਲ ਵੀ ਹੋ ਚੁੱਕਾ ਹੈ, ਉਹਨੂੰ ਸਾੜਨ ਦੀ ਕੋਸ਼ਿਸ਼ ਹੋਈ, ਇੱਕ ਅੱਗ ਵੀ ਲਗਾਈ ਗਈ ਉਹਨੂੰ, 302 ਤੱਕ ਕਤਲ ਦੀ ਧਾਰਾ ਲੱਗਦੀ ਇਸ ਕੇਸ ਦੇ ਵਿੱਚ ਵੀ ਲੱਗੀ। ਰੇਪ ਦੀ ਧਾਰਾ ਆਮ ਬੰਦਿਆਂ ਨੂੰ ਪਤਾ ਕਿ 376 ਹੁੰਦੀ ਹੈ। 376 ਨੂੰ ਮੈਂ ਅੱਗੇ ਕੈਟਾਗਰੀ 'ਚ ਵੰਡਣਾ ਚਾਹੂੰਗਾ ਕਿ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ 376 'ਚ ਵੀ ਅੱਗੇ ਕੈਟਾਗਰੀਜ਼ ਹੈ, ABCD ਜਾਂ ਹੋਰ ਕਈ ਕੈਟਾਗਰੀਜ਼। ਇਹਦੇ ਵਿੱਚ ਮੇਰੀ ਨੌਲੇਜ ਮੁਤਾਬਕ ਹਜੇ ਤੱਕ 376D ਲੱਗੀ ਹੈ। 376D ਹੁੰਦੀ ਜਦੋਂ ਇੱਕ ਬੰਦੇ ਤੋਂ ਜ਼ਿਆਦਾ ਲੋਕ, ਉਹਨੂੰ ਅਸੀਂ ਗੈਂਗ ਰੇਪ ਬੋਲਦੇ ਹਾਂ। ਰੇਪ ਦੇ ਵਿੱਚ ਜਿਨ੍ਹਾਂ ਦਾ ਹੱਥ ਹੋਵੇ, ਇੱਕ ਤੋਂ ਜ਼ਿਆਦਾ ਬੰਦੇ ਹੋਣ, ਜਿੱਦਾਂ ਇਸ ਕੇਸ ਦੇ ਵਿੱਚ ਦਾਦਾ ਪੋਤਾ ਜਿੰਨਾ ਕੁ ਖਬਰਾਂ 'ਚ ਆ ਰਿਹਾ ਜਾਂ FIR ਦੀ ਰਿਪੋਰਟ ਮੁਤਾਬਕ, ਔਰ ਇਸ ਮੁਤਾਬਕ ਇਹ ਆ ਰਿਹਾ ਕਿ ਇੱਥੇ ਗੈਂਗ ਰੇਪ ਦੀ ਧਾਰਾ ਲੱਗੀ ਹੈ 376D। ਔਰ ਗੈਂਗ ਰੇਪ 'ਚ ਹਮੇਸ਼ਾ ਸਜ਼ਾ ਵੀ ਜ਼ਿਆਦਾ ਹੁੰਦੀ ਆਮ ਰੇਪ ਨਾਲੋਂ। ਔਰ ਇਹ ਤਾਂ ਕੇਸ ਮੈਂ ਦੱਸ ਰਿਹਾ 6 ਸਾਲ ਦੀ ਬੱਚੀ, ਐਕਸੈਪਸ਼ਨਲ ਰੇਅਰੈਸਟ ਆਫ ਰੇਅਰ ਕੇਸ, ਇਸ ਕਰਕੇ ਮੈਂ ਕਹਿੰਦਾ ਇਹਨੂੰ 6 ਸਾਲ ਦੀ ਬੱਚੀ, ਉਹਨੇ ਕੀ ਵਿਗਾੜਿਆ ਸੀ? ਉਹਦਾ ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਸੀ, ਤੁਸੀਂ ਉਹਦਾ ਜਬਰ ਜਨਾਹ ਕੀਤਾ ਪਹਿਲੋਂ, ਔਰ ਜਬਰ ਜਨਾਹ ਤੋਂ ਬਾਅਦ ਤੁਸੀਂ ਉਸ ਗੱਲ ਨੂੰ ਦੱਬਣ ਲਈ ਜੋ ਹੱਦ ਤੱਕ ਜਾ ਸਕਦੇ ਸੀ ਵੀ ਤੁਸੀਂ ਉਹਨੂੰ ਐਵੀਡੈਂਸ ਨਸ਼ਟ ਕਰਨ ਲਈ ਉਹਦੀ ਬਾਡੀ ਨੂੰ ਤੁਸੀਂ ਜਲਾ ਦਿੱਤਾ ਮਾਰ ਕੇ। ਇਸ ਤੋਂ ਵੱਡੀ ਹੈਵਾਨੀਅਤ ਕੀ ਹੋ ਸਕਦੀ ਹੈ? ਇਸ ਕਰਕੇ ਉਹ ਧਾਰਾ ਹੈਵਾਨੀਅਤ ਵਾਲੀਆਂ ਤਕਰੀਬਨ ਲੱਗੀਆਂ FIR 'ਚ। ਜੇ ਕੋਈ ਕਮੀ ਪੇਸ਼ੀ ਵੀ ਹੋਏਗੀ ਕੋਰਟ 'ਚ ਸਾਡੇ ਕੋਲ ਓਪਰਚੁਨਿਟੀ ਹੁੰਦੀ ਹੈ, ਅਸੀਂ ਕਿਸੇ ਵੀ ਚਾਰਜ ਨੂੰ, ਧਾਰਾ ਨੂੰ ਅਮੈਂਡ ਕਰਾ ਸਕਦੇ ਹਾਂ। ਜੇ ਕੋਈ ਇੱਦਾਂ ਦਾ ਵੀ ਮਹਿਸੂਸ ਹੋਇਆ, ਆਪਾਂ ਉਹ ਵੀ ਸਰਕਾਰੀ ਵਕੀਲ ਜੀ ਨਾਲ ਮਿਲ ਕੇ ਆਪਾਂ ਉਹਦੇ ਬਾਰੇ ਚੱਲਾਂਗੇ ਅੱਗੇ। ਜਰਜ ਜੀ, ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ CM ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੀ ਜਲਦ ਤੋਂ ਜਲਦ ਪੁਲਿਸ ਨੂੰ ਜਿਵੇਂ ਚਲਾਨ ਪੇਸ਼ ਕਰਨ ਦੇ ਲਈ ਕਿਹਾ, ਮਹਿਲਾ ਕਮਿਸ਼ਨ ਵੀ ਅੱਗੇ ਆਇਆ ਜਾਂ ਹੋਰ ਸੰਸਥਾਵਾਂ ਵੀ ਅੱਗੇ ਆਈਆਂ ਨੇ, ਪ੍ਰੈਸ਼ਰ ਵੀ ਬਣਿਆ ਇਹਦੇ ਵਿੱਚ ਵੀ ਤਾਂ ਜੋ ਕੋਈ ਰਾਜਨੀਤਿਕ ਦਬਾਅ ਪਰਿਵਾਰ ਦੇ ਉੱਤੇ ਨਾ ਬਣ ਸਕੇ, ਪ੍ਰਵਾਸੀ ਪਰਿਵਾਰ ਹੈ ਇਸ ਕਰਕੇ। ਹੁਣ ਕੋਰਟ ਦਾ ਟ੍ਰਾਇਲ ਕਿਵੇਂ ਚੱਲੇਗਾ, ਕਿਵੇਂ ਪ੍ਰੋਸੀਡਿੰਗ ਹੋਏਗੀ, ਕਿੰਨਾ ਸਮਾਂ ਲੱਗ ਸਕਦਾ ਹੈ? ਇਹਦੇ 'ਚ ਇਸ ਤਰ੍ਹਾਂ ਹੁੰਦਾ ਵੀ ਜੇ ਤਾਂ ਕੋਈ ਸਰਕਾਰ ਸਪੈਸ਼ਲ ਨੋਟੀਫਿਕੇਸ਼ਨ ਤੇ ਕੋਈ ਸਪੈਸ਼ਲ ਫਾਸਟ ਟਰੈਕ ਕੋਰਟ ਦਾ ਗਠਨ ਕਰਦੀ ਹੈ, ਫਿਰ ਇੱਕ ਅਲੱਗ ਉਹਦਾ ਦਾਇਰਾ ਬਣ ਜਾਂਦਾ ਹੈ। ਇਸ ਟਾਈਮ ਲੋਕਲ ਲੈਵਲ 'ਤੇ ਜਿਹੜੀ ਕੋਈ ਫਾਸਟ ਟਰੈਕ ਨਾਮ ਦੀ ਕੋਰਟ ਨਹੀਂ ਹੈ। ਜਿੱਦਾਂ ਇੱਕ ਲਰਨਡ ਐਡੀਸ਼ਨਲ ਸੈਸ਼ਨ ਜੱਜ ਹੈ, ਮਹਿਲਾ ਜੱਜ ਹੈ ਸਾਡੇ ਇੱਥੇ ਹੁਸ਼ਿਆਰਪੁਰ ਵੀ, ਉਹਨਾਂ ਦੀ ਕੋਰਟ ਨੂੰ ਸਪੈਸ਼ਲ ਪਾਵਰ ਦਿੱਤੀਆਂ ਕਿ ਵੂਮਨਸ ਨਾਲ ਰਿਲੇਟਿਡ, ਬੱਚਿਆਂ ਨਾਲ ਰਿਲੇਟਿਡ, ਫੀਮੇਲਸ ਨਾਲ ਰਿਲੇਟਿਡ ਸਾਰੇ ਕੇਸ ਉਹ ਦੇਖਣਗੇ। ਔਰ ਮੇਰੀ ਉਮੀਦ ਮੁਤਾਬਕ ਇਹ ਕੇਸ ਵੀ ਉਸ ਕੋਰਟ ਦੇ ਵਿੱਚ ਜਾਏਗਾ। ਜਿਹੜੇ ਜਬਰ ਜਨਾਹ ਜਾਂ ਇੱਦਾਂ ਦੇ ਬਰੂਟਲ ਕੇਸ ਹੈ, ਉਹਨਾਂ ਵਿੱਚੋਂ ਪਹਿਲਾਂ ਹੀ ਆਨਰੇਬਲ ਸੁਪਰੀਮ ਕੋਰਟ, ਆਨਰੇਬਲ ਹਾਈ ਕੋਰਟ, ਈਵਨ ਸਾਡੇ ਜਿਹੜਾ CRPC ਹੈ, ਬੁੱਕ ਦੇ ਵਿੱਚ ਵੀ ਲਿਖਿਆ ਵੀ ਜੇ ਪੋਸੀਬਲ ਹੋਵੇ ਤੁਸੀਂ ਡੇ ਬਾਈ ਡੇ ਟਰਾਇਲ ਵੀ ਚਲਾਉਣ ਦਾ ਪ੍ਰਾਵਧਾਨ ਹੈ। ਪ੍ਰੈਕਟੀਕਲੀ ਠੀਕ ਹੈ, ਇਹ ਚੀਜ਼ਾਂ ਪੋਸੀਬਲ ਨਹੀਂ ਹੋ ਰਹੀਆਂ ਸਮਾਜ ਦੇ ਵਿੱਚ ਔਰ ਕੋਰਟਾਂ ਦੇ ਵਿੱਚ, ਕਿਉਂਕਿ ਉਹਦੇ ਕਾਰਨ ਹੈ ਕਿ ਨੰਬਰ ਆਫ ਕੇਸਿਸ, ਉਹਨਾਂ ਦੀ ਪੈਂਡੈਂਸੀ ਇੰਨੀ ਕੁ ਹੈ। ਪਰ ਸਾਡੀ CRPC ਇਟਸੈਲਫ ਪਾਵਰਫੁਲ ਇੰਨੀ ਕਰਦੀ ਕੋਰਟ ਨੂੰ ਕਿ ਜੇ ਤੁਸੀਂ ਡੇ ਬਾਈ ਡੇ ਵੀ ਟਰਾਇਲ ਚਲਾਉਣਾ ਚਾਹੋ ਤੇ ਉਹਦਾ ਟਰਾਇਲ ਚੱਲ ਸਕਦਾ। ਇਹ ਹੁਣ ਜਦੋਂ ਪੁਲਿਸ, ਜਿੱਦਾਂ ਕੈਪਟਨ ਜੀ ਦਾ, ਅੱਜ ਵੀ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਪੜ੍ਹ ਰਿਹਾ ਸੀ, ਉਹਨਾਂ ਨੇ ਜਿੱਥੇ ਪਰਿਵਾਰ ਨੂੰ 4 ਲੱਖ ਰੁਪਇਆ ਭੇਜਿਆ, 8 ਲੱਖ ਦੀ ਸ਼ਾਇਦ ਟੋਟਲ ਗ੍ਰਾਂਟ ਦਿੱਤੀ ਹੈ,
ਉਹਦੇ ਨਾਲ ਉਹਨਾਂ ਨੇ ਕਿਹਾ ਸੀ ਵੀ ਮੈਂ ਕੋਸ਼ਿਸ਼ ਕਰ ਰਿਹਾ ਔਰ ਐਸਐਸਪੀ ਸਾਹਿਬ ਦਾ ਬਿਆਨ ਸੀ ਕਿ 4 ਦਿਨ ਦੇ ਵਿੱਚ ਅਸੀਂ ਚਲਾਨ ਪੇਸ਼ ਕਰਾਂਗੇ। ਮੈਂ ਤੁਹਾਡੇ ਥਰੂ ਐਸਐਸਪੀ ਸਾਹਿਬ ਨੂੰ ਵੀ ਅਪੀਲ ਕਰਨਾ ਚਾਹੂੰਗਾ ਕਿ 4 ਦੇ 7 ਦਿਨ ਲੱਗ ਜਾਣ, ਕੋਈ ਐਡਾ ਫਰਕ ਨਹੀਂ ਪੈਂਦਾ, ਪਰ ਤੁਹਾਡੀ ਇਨਵੈਸਟੀਗੇਸ਼ਨ ਅਪ ਟੂ ਮਾਰਕ ਹੋਣੀ ਬਹੁਤ ਜ਼ਰੂਰੀ, ਜਿਹੜੀ ਮੈਨੂੰ ਪਤਾ ਤੁਸੀਂ ਕਰ ਰਹੇ ਹੋ, ਤੁਸੀਂ ਕਰਵਾ ਰਹੇ ਹੋ ਆਫੀਸਰਸ ਤੋਂ, ਔਰ ਉਹ ਇਨਵੈਸਟੀਗੇਸ਼ਨ ਚਲਾਨ ਪੇਸ਼ ਕਰਨ, ਕਿਉਂਕਿ ਬਾਅਦ 'ਚ ਇਨਵੈਸਟੀਗੇਸ਼ਨ ਨਹੀਂ ਹੋਣੀ। ਚਲਾਨ ਦਾ ਮਤਲਬ ਨੋ ਮੈਟਰ ਇਜ਼ ਵਿਦ ਕੋਰਟ, ਕੋਰਟ ਨੇ ਉਹਨਾਂ ਕਾਗਜ਼ਾਂ ਨਾਲ ਲੜਨਾ, ਕਾਗਜ਼ਾਂ 'ਤੇ ਦੇਖ ਕੇ ਅਸੀਂ ਵੀ ਲੜਨਾ, ਉਹਨਾਂ ਦਾ ਵਕੀਲ ਡਿਫੈਂਸ ਵਾਲਾ ਵੀ ਲੜੇਗਾ। ਤੇ ਚਲਾਨ ਇੱਕ ਐਸੀ ਚੀਜ਼ ਹੈ ਜਿਸ 'ਚ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਆਉਣਾ ਚਾਹੀਦਾ ਕੋਰਟ ਦੇ ਵਿੱਚ, ਕਿਉਂਕਿ ਆਪਾਂ ਇਸ ਨੂੰ ਦਿਨਾਂ 'ਚ ਨਾ ਵੰਡੀਏ, ਆਪਾਂ ਇਨਸਾਫ ਛੇਤੀ ਤੋਂ ਛੇਤੀ, ਨੋ ਡਾਊਟ ਕਿਹਾ ਜਾਂਦਾ ਵੀ ਜਸਟਿਸ ਡਿਲੇਜ਼ ਜਸਟਿਸ ਡਿਨਾਈਡ, ਪਰ ਫਿਰ ਵੀ ਦੂਜੇ ਪਾਸੇ ਇਹ ਵੀ ਗੱਲ ਬਹੁਤ ਜ਼ਰੂਰੀ ਹੈ ਕਿ ਕਦੇ ਅਸੀਂ ਜਸਟਿਸ ਡਿਲੇ ਜਸਟਿਸ ਡਿਨਾਈਡ ਦੇ ਪ੍ਰਿੰਸੀਪਲ ਦੇ ਚੱਲਦੇ ਹੋਏ ਕਿਤੇ ਇਨਵੈਸਟੀਗੇਸ਼ਨ 'ਚ ਕੋਈ ਐਸੀ ਵੀਕਨੈਸ ਜਿਹਦਾ ਮੁਲਜ਼ਮਾਂ ਨੂੰ ਫਾਇਦਾ ਮਿਲ ਜਾਵੇ, ਜਿਹੜਾ ਉਹਨਾਂ ਨੇ ਗੁਨਾਹ ਕੀਤਾ ਉਸ ਤੋਂ ਬਚ ਜਾਣ, ਕਿਤੇ ਉਹਦਾ ਨੁਕਸਾਨ ਤਾਂ ਨਹੀਂ ਹੁੰਦਾ। ਇਸ ਕਰਕੇ ਅਪੀਲ ਕਰਾਂਗੇ ਕੋਰਟ ਨੂੰ ਕਿ ਜਲਦੀ ਤੋਂ ਜਲਦੀ ਇਸ ਕੇਸ ਦਾ ਜਦੋਂ ਚਲਾਨ ਪੇਸ਼ ਹੋ ਜਾਂਦਾ ਕਮਿਟਮੈਂਟ ਕਰਕੇ, ਕਿਉਂਕਿ ਦਸੂਹਾ ਕੋਰਟ 'ਚ ਚਲਾਨ ਪੇਸ਼ ਹੋਏਗਾ, ਫਿਰ ਸੈਸ਼ਨ ਕੋਰਟ ਹੁਸ਼ਿਆਰਪੁਰ ਕੇਸ ਚਲੇਗਾ, ਕਿ ਐਜ਼ ਅਰਲੀ ਐਜ਼ ਪੋਸੀਬਲ ਇਹਨੂੰ ਆਪਾਂ ਐਂਡ ਤੱਕ, ਜਿਹਨੂੰ ਆਪਾਂ ਲੌਜੀਕਲ ਐਂਡ ਕਹੀਦਾ, ਉੱਥੇ ਤੱਕ ਲੈ ਕੇ ਚੱਲੀਏ ਕੇਸ ਨੂੰ, ਤੇ ਸਖਤ ਤੋਂ ਸਖਤ ਸਜ਼ਾ ਮੁਜਰਿਮਾਂ ਨੂੰ ਹੋਵੇ। ਸਜ਼ਾਵਾਂ ਦੀ ਗੱਲ ਕਰਾਂ ਤਾਂ ਇਹਨਾਂ ਧਾਰਾਵਾਂ ਦੇ ਤਹਿਤ ਕਿੱਦਾਂ ਦੀਆਂ ਸਜ਼ਾਵਾਂ ਦਾ ਪ੍ਰਾਵਧਾਨ ਹੈਗਾ, ਕਿੱਦਾਂ ਦੀਆਂ ਸਜ਼ਾਵਾਂ ਕੋਰਟ ਦੇ ਵੱਲੋਂ ਦਿੱਤੀਆਂ ਜਾ ਸਕਦੀਆਂ ਨੇ, ਜਾਂ ਤੁਸੀਂ ਜ਼ੋਰ ਲਗਾ ਕੇ ਕਿੱਥੇ ਤੱਕ ਲੈ ਜਾਓਗੇ ਕਾਨੂੰਨੀ ਸਹਾਇਤਾ? ਮੈਂ ਈਸ਼ਵਰ ਦੀ ਕਿਰਪਾ ਨਾਲ ਉਮੀਦ ਕਰਦਾ ਕਿ ਜਿਹੜੀਆਂ ਧਾਰਾਵਾਂ ਇਹਨਾਂ ਅਫੈਂਸ, ਕਿਉਂਕਿ ਇਹਦੇ ਤੋਂ ਵੱਡਾ ਅਫੈਂਸ ਨਹੀਂ, ਜਦੋਂ ਤੁਸੀਂ ਕਤਲ ਹੀ ਕਰਤਾ, ਕਿਸੇ ਦਾ ਜਬਰ ਜਨਾਹ ਕਰਕੇ ਉਹਨੂੰ ਜਲਾਈ ਦਿੱਤਾ, ਇਹ ਤੋਂ ਵੱਡਾ ਸੰਗੀਨ ਜੁਰਮ ਕੀ ਹੋ ਸਕਦਾ। ਹੁਣ 302 ਦੇ ਵਿੱਚ ਜੇ ਅਸੀਂ ਸਾਬਤ ਕਰਨ 'ਚ ਈਸ਼ਵਰ ਦੀ ਕਿਰਪਾ ਨਾਲ ਹੋ ਜਾਂਦੇ, ਉੱਥੇ ਕਾਮਯਾਬ ਹੋ ਜਾਂਦੇ ਕੋਰਟ ਦੇ ਵਿੱਚ, ਘੱਟੋ ਘੱਟ ਸਜ਼ਾ ਉਮਰ ਕੈਦ ਹੈ। ਜਿਹੜੀ ਉਮਰ ਕੈਦ ਹੈ, ਔਰ ਰੇਅਰੈਸਟ ਆਫ ਰੇਅਰ ਕੇਸ, ਜਿਹਨੂੰ ਮੈਂ ਇਹਨੂੰ ਬਾਰ-ਬਾਰ ਕਹਿ ਰਿਹਾ, ਉਹਦੇ 'ਚ ਸਾਡੀਆਂ ਕਿਤਾਬਾਂ 'ਚ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ, ਆਨਰੇਬਲ ਹਾਈ ਕੋਰਟ ਦੇ ਆਰਡਰ ਬੜੇ ਆ, ਜਿਹਦੇ 'ਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਤੱਕ ਵੀ ਹੋ ਸਕਦੀ ਹੈ, ਔਰ ਸਾਡੀ ਕੋਸ਼ਿਸ਼ ਇਹੀ ਹੋਏਗੀ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ। ਇਹਦੇ ਵਿੱਚ ਤੁਹਾਡੀ 20-25 ਸਾਲ ਦਾ ਤਜਰਬਾ ਵਕਾਲਤ ਦੇ ਵਿੱਚ, ਇੱਦਾਂ ਦਾ ਕੇਸ ਕਦੀ ਕੋਈ ਪਹਿਲਾਂ ਤੁਹਾਡੇ ਕੋਲ ਆਇਆ, ਔਰ ਉਹਦਾ ਕੀ ਰਿਜ਼ਲਟ ਰਿਹਾ, ਉਸ ਕੇਸ ਦਾ ਕੀ ਫੈਸਲਾ ਉਸ ਕੇਸ ਦੇ ਵਿੱਚ ਹੈ? ਦੇਖੋ ਸੁਖਵਿੰਦਰ ਜੀ, ਕੇਸ ਤਾਂ ਸਾਡੇ ਲਈ ਕਿਸੇ ਵਕੀਲ ਲਈ, ਮੈਂ ਆਪਣੀ ਸਪੈਸੀਫਿਕ ਗੱਲ ਨਹੀਂ ਕਰਦਾ, ਕਿਸੇ ਵਕੀਲ ਲਈ ਹਰ ਕੇਸ ਇੰਪੋਰਟੈਂਟ ਹੈ ਉਹਦਾ, ਕਿਉਂਕਿ ਉਹ ਚਾਹੇ ਪੀੜਿਤ ਪੱਖ ਵੱਲੋਂ ਹੁੰਦਾ ਜਾਂ ਮੁਲਜ਼ਮਾਂ ਵੱਲੋਂ ਹੁੰਦਾ, ਸਾਡੀ ਡਿਊਟੀ ਪਰਮਾਤਮਾ ਨੇ ਇਹ ਲਗਾਈ ਦੀ ਹੈ, ਕਿਉਂਕਿ ਕਹਿੰਦੇ ਰੱਬ ਨੂੰ ਸਭ ਪਤਾ, ਰੱਬ ਤੋਂ ਬਾਅਦ ਜੱਜ ਹੈ, ਜੱਜ ਤੋਂ ਬਾਅਦ ਫਿਰ ਕੋਰਟ 'ਚ ਜੱਜ ਨੂੰ ਡਿਲੀਵਰੀ ਆਫ ਜਸਟਿਸ ਲਈ ਵੀ ਜਿੱਦਾਂ ਰੱਬ ਨੇ ਅੱਗੇ ਕਿਸੇ ਦੇ ਥਰੂ ਕਰਦਾ, ਇੱਦਾਂ ਜੱਜਿਸ ਨੇ ਵੀ ਵਕੀਲਾਂ ਥਰੂ ਕਰਨਾ ਹੁੰਦਾ। ਪਰ ਮੈਨੂੰ ਅੱਜ ਵੀ ਯਾਦ ਹੈ ਇੱਕ ਕੇਸ ਲੋਕਲ ਹੁਸ਼ਿਆਰਪੁਰ ਹੋਇਆ ਸੀ, ਅਭੀ ਵਰਮਾ ਦਾ ਲੜਕਾ ਸੀ, ਇੱਕ ਅਭੀ ਵਰਮਾ ਨਾਮ ਦਾ, ਉਹਦੀ ਕਿਡਨੈਪਿੰਗ ਐਂਡ ਉਹਦਾ ਮਰਡਰ ਹੋ ਗਿਆ ਸੀ, ਔਰ ਉਹਦਾ ਤਾਂ ਹਜ਼ਾਰਾਂ ਕੇਸ ਕੀਤੇ ਹੋਣਗੇ, ਬਟ ਕਈ ਕੇਸ ਯਾਦ ਆ ਜਾਂਦੇ ਆ, ਔਰ ਉਹਦੇ ਵਿੱਚ ਵੀ ਦੋਸ਼ੀਆਂ ਨੂੰ ਮੈਂ ਕੀਤਾ ਸੀ, ਸਾਡੇ ਇੱਥੇ ਸੀਨੀਅਰ ਐਡਵੋਕੇਟਸ ਹੋਰ ਸੀਗੇ, ਕਿਉਂਕਿ ਉਸ ਟਾਈਮ ਤਾਂ ਮੈਂ ਜੂਨੀਅਰ ਹੁੰਦਾ ਸੀ, ਤੇ ਆਪਾਂ 3 ਲੋਕਾਂ ਨੇ ਉਹ ਕੇਸ ਲੜਿਆ ਸੀ ਪ੍ਰੋਸੀਕਿਊਸ਼ਨ ਸਾਈਡ ਤੋਂ, ਤੇ ਉਹਦੇ ਵਿੱਚ ਵੀ ਮਾਨਯੋਗ ਸੈਸ਼ਨ ਜੱਜ ਉਸ ਟਾਈਮ ਮਿਸਟਰ ਜੀ.ਕੇ. ਧੀਰ ਜੀ ਹੁੰਦੇ ਸੀ ਇੱਥੇ, ਜੀ.ਕੇ. ਰਾਏ ਜੀ, ਤੇ ਉਹਨਾਂ ਨੇ ਫਾਂਸੀ ਦੀ ਸਜ਼ਾ ਉਹਦੇ ਵਿੱਚ ਸੁਣਾਈ ਸੀ, ਔਰ ਉਹ ਸਜ਼ਾ ਆਨਰੇਬਲ ਸੁਪਰੀਮ ਕੋਰਟ ਤੱਕ ਬਰਕਰਾਰ ਰਹੀ ਉਹ ਸਜ਼ਾ। ਉਹ ਕੇਸ ਮੈਨੂੰ ਬਿਲਕੁਲ ਯਾਦ ਹੈ। ਉਹਦਾ ਤਾਂ ਨੰਬਰ ਆਫ ਕੇਸਿਸ, ਇੱਕ ਕਿਡਨੈਪਿੰਗ ਦਾ ਕੇਸ ਇੱਥੇ ਵੀ ਸਾਡੇ ਸੁੰਦਰ ਨਗਰ ਸਾਈਡ ਹੋਇਆ ਸੀ, ਉਹ ਵੀ ਮੈਂ ਈਸ਼ਵਰ ਦੀ ਕਿਰਪਾ ਨਾਲ ਫ੍ਰੀ ਆਫ ਕੋਸਟ ਉਸ ਲੜਕੀ ਲਈ ਵੀ ਲੜਿਆ ਸੀ, ਤੇ ਉਸ ਦੇ ਵਿੱਚ ਉਹਨੂੰ ਕਿਉਂਕਿ ਉਮਰ ਕੈਦ ਹੋਈ ਸੀ ਮੈਨੂੰ ਯਾਦ ਹੈ, ਔਰ ਉਹ ਉਮਰ ਕੈਦ ਵੀ ਉੱਪਰ ਤੱਕ ਟੁੱਟੀ ਨਹੀਂ ਉਹਨਾਂ ਦੀ। ਤੇ ਇੱਦਾਂ ਚੱਲਦੇ ਰਹਿੰਦੇ, ਕ੍ਰਿਮੀਨਲ ਵਕੀਲਾਂ ਲਈ ਰੂਟੀਨ ਹੈ, ਬਟ ਕੋਈ ਕੇਸ ਜਿੱਦਾਂ ਤੁਸੀਂ ਪੁੱਛਿਆ ਸਪੈਸੀਫਿਕ, ਉਹ ਯਾਦ ਵੀ ਰਹਿੰਦੇ ਆ, ਤੇ ਇਸ ਕਰਕੇ ਇਹ 2-3 ਕੇਸ ਤਾਂ ਬੜੇ ਇੰਪੋਰਟੈਂਟ ਰਹੇ ਆ ਲਾਈਫ ਦੇ ਵਿੱਚ, ਬਾਕੀ ਹਰ ਕੇਸ ਇੰਪੋਰਟੈਂਟ ਹੈ ਜੀ। ਤੁਸੀਂ ਜਿਸ ਤਰੀਕੇ ਦੇ ਨਾਲ ਫੈਕਟਸ ਦੀ ਗੱਲ ਕਰੀਏ ਆਪਾਂ, ਤਾਂ ਫੈਕਚੁਅਲੀ ਕਿੰਨਾ ਕੁ ਸਟਰੋਂਗ ਹੈਗਾ ਇਹ ਕੇਸ? ਤੁਸੀਂ ਵੀ ਇਸ ਕੇਸ ਨੂੰ ਲਗਾਤਾਰ ਪੜ੍ਹ ਵੀ ਰਹੇ ਹੋ, ਦੇਖ ਵੀ ਰਹੇ ਹੋ, ਪਰਿਵਾਰ ਦੇ ਨਾਲ ਵੀ ਗੱਲਬਾਤ ਕਰ ਰਹੇ ਹੋ, ਹੁਣ ਤੱਕ ਕੀ ਐਜ਼ਿਊਮ ਕੀਤਾ ਹੈ, ਕਿੰਨਾ ਕੁ ਲੱਗ ਰਿਹਾ ਤੁਹਾਨੂੰ ਸਟਰੋਂਗ ਹੈ? ਸੁਖਵਿੰਦਰ ਜੀ, ਗੱਲ ਇਹ ਹੁੰਦੀ ਹੈ ਕਿ ਉਸ ਪਰਿਵਾਰ ਲਈ ਉਹਦਾ ਤਾਂ ਸਭ ਕੁਝ, ਜਿੱਦਾਂ ਕਿ ਇਹਦਾ ਚਮਨ ਉਜੜ ਗਏ ਵਾਲੀ ਹਿਸਾਬ ਆ, ਕਿ ਜਿਹਦਾ ਸਭ ਕੁਝ ਉਜੜ ਗਿਆ। ਔਰ ਜੇ ਅਸੀਂ ਕਿਤਾਬ ਦੀ ਗੱਲ ਕਰੀਏ, IPC CRPC ਦੀ ਗੱਲ ਕਰੀਏ, ਇਹਦੇ ਮੁਤਾਬਕ ਜੇ ਆਪਾਂ ਧਾਰਾਵਾਂ ਦੀ ਗੱਲ ਕਰੀਏ, ਤਾਂ ਪੁਲਿਸ ਵੱਲੋਂ ਵੱਧ ਤੋਂ ਵੱਧ ਧਾਰਾਵਾਂ ਲਗਾਈਆਂ ਗਈਆਂ ਜੋ ਕਾਨੂੰਨ ਮੁਤਾਬਕ ਬਣਦੀਆਂ। ਹੁਣ ਜਿਹੜਾ ਚਲਾਨ ਸਾਡਾ ਮੋਸਟ ਇੰਪੋਰਟੈਂਟ ਟਾਈਮ ਆਉਣ ਵਾਲਾ, ਚਲਾਨ ਜਿਹਨੂੰ ਆਪਾਂ, ਜਿਹਦੇ ਤੋਂ ਚਾਰਜ ਸ਼ੀਟ ਬਣਨੀ ਕੋਰਟ ਦੇ ਵਿੱਚ, ਚਲਾਨ ਮੀਨਜ਼ ਦੈਟ ਇਜ਼, ਯੂ ਕੈਨ ਸੇ ਕਿ ਜਿੰਨੀ ਇਨਵੈਸਟੀਗੇਸ਼ਨ ਹੋਣੀ ਹੈ ਉਹ ਸਭ ਦਾ ਵੀ ਇੱਕ ਕਿਤਾਬ ਬਣ ਜਾਏਗੀ, ਕਿ ਉਹ ਪੇਜ ਬਣ ਕੇ ਉਹਨਾਂ ਨੂੰ ਟੈਗ ਕਰ ਦਿੱਤਾ ਜਾਏਗਾ ਕਿ ਇਹਦੇ ਵਿੱਚ ਆਹ ਇਨਵੈਸਟੀਗੇਸ਼ਨ 'ਚ ਆਇਆ। ਕਿਉਂਕਿ ਇਹਨਾਂ ਕੇਸਾਂ ਵਿੱਚ ਮੌਕੇ ਦਾ ਗਵਾਹ ਹੋਣਾ ਬਹੁਤ ਮੁਸ਼ਕਿਲ ਹੁੰਦਾ। ਮੌਕੇ ਦਾ ਗਵਾਹ ਐਟਮੋਸਟ ਕੌਣ ਹੋ ਸਕਦਾ, ਜੇ ਕੋਈ ਹੋਵੇ ਵੀ, ਜਿਹਨੇ ਕਿਸੇ ਨੇ ਲਿਜਾਂਦੇ ਦੇਖ ਲਿਆ ਹੋਵੇ ਜਾਂ ਕਿਸੇ ਨੇ ਲਾਸ਼ ਸਾੜਦੇ ਦੇਖ ਲਿਆ ਹੋਵੇ। ਪਰ ਜੇ ਅਸੀਂ ਕਹੀਏ ਰੇਪ ਕਰਦੇ ਹੋਏ, ਮਰਡਰ ਕਰਦੇ ਹੋਏ, ਔਰ ਖ਼ਾਸ ਤੌਰ 'ਤੇ ਜਦੋਂ ਦੋਸ਼ੀਆਂ ਦੇ ਪ੍ਰੈਮਿਸਿਸ ਦੇ ਅੰਦਰ ਕੋਈ ਚੀਜ਼ ਹੋਈ ਹੋਵੇ, ਤੇ ਬੜੀ ਮੁਸ਼ਕਿਲ ਗੱਲ ਆ ਕਿ ਕਿਸੇ ਨੇ ਅੱਖੀ ਦੇਖਿਆ ਹੋਵੇ।
ਜੇ ਤਾਂ ਅੱਖੀ ਦੇਖਿਆ ਕੋਈ ਗਵਾਹ ਮਿਲਦਾ, ਨੋ ਡਾਊਟ ਉਹ ਕੇਸ ਬਹੁਤ ਜ਼ਿਆਦਾ ਸਟਰੋਂਗ ਹੁੰਦਾ, ਕਿਉਂਕਿ ਉੱਥੇ ਡਾਇਰੈਕਟ ਐਵੀਡੈਂਸ ਸੀ ਉਹਨੂੰ ਕਹੀਦਾ। ਜਿੱਥੇ ਤੱਕ ਮੈਂ ਹੁਣ ਤੱਕ ਇਨਵੈਸਟੀਗੇਸ਼ਨ ਥੋੜ੍ਹਾ ਜਿਹਾ ਪੁਲਿਸ ਤੋਂ ਵੀ ਜਾਣਕਾਰੀ ਲਈ ਜਾਂ ਅਖਬਾਰਾਂ 'ਚੋਂ ਵੀ ਦੇਖਦਾ, ਕੁਝ ਐਸੇ ਤੱਥ ਵੀ ਬਰਾਮਦ ਹੋਏ ਆ ਦੋਸ਼ੀਆਂ ਦੇ ਘਰੋਂ ਉਸ ਲੜਕੀ ਨਾਲ ਸੰਬੰਧਿਤ, ਚਾਹੇ ਉਹਦੇ ਕੱਪੜੇ ਹੋਣ, ਚਾਹੇ ਜੋ ਕੁਝ ਵੀ ਹੋਇਆ, ਇਹਨੂੰ ਆਪਾਂ ਲਈਦਾ ਸਰਕਮਸਟੈਂਸ਼ੀਅਲ ਐਵੀਡੈਂਸ। ਇਹਦੇ 'ਚ ਕੋਈ ਸ਼ੱਕ ਨਹੀਂ, ਜਿੱਥੇ ਕੋਈ ਡਾਇਰੈਕਟ ਐਵੀਡੈਂਸ ਨਾ ਹੋਵੇ ਉੱਥੇ ਸਰਕਮਸਟੈਂਸ਼ੀਅਲ ਐਵੀਡੈਂਸ ਸਟਰੋਂਗ ਹੋਵੇ ਤੇ ਉਹਦੇ 'ਚ ਵੀ ਆਪਾਂ ਫਾਂਸੀ ਦੇ ਤਖਤੇ ਤੱਕ ਦੋਸ਼ੀਆਂ ਨੂੰ ਲਿਜਾ ਸਕਦੇ ਹਾਂ। ਪਰ ਹਜੇ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ, ਮੇਰੇ ਖਿਆਲ 'ਚ ਮੇਰੇ ਵੱਲੋਂ ਇੰਡੀਵਿਜੂਅਲ ਟਿੱਪਣੀ ਕਰਨਾ ਠੀਕ ਨਹੀਂ ਹੋਏਗਾ। ਜਦੋਂ ਚਲਾਨ ਆ ਜਾਏਗਾ ਕੋਰਟ ਦੇ ਵਿੱਚ, ਜਦੋਂ ਉਹਦੀ ਕਾਪੀ ਸਾਡੇ ਕੋਲ ਵੀ ਹੋਏਗੀ, ਮੈਂ ਤੁਹਾਨੂੰ ਜ਼ਿਆਦਾ ਅੱਛੇ ਤਰੀਕੇ ਨਾਲ ਉਹਨੂੰ ਦੱਸ ਜਿਵੇਂ ਕੇਸ ਦੇ ਵਿੱਚ ਸੀਸੀਟੀਵੀ ਫੁਟੇਜ ਵੀ ਇੱਕ ਸਾਹਮਣੇ ਆਈ ਆ, ਉਹ ਸਾਫ਼ ਤੌਰ ਦੇ ਉੱਤੇ ਜਿਹੜਾ ਆਰੋਪੀ ਹੈ ਉਹ ਬੱਚੀ ਨੂੰ ਲੈ ਕੇ ਜਾ ਰਿਹਾ, ਉਹਦੇ ਪਰਿਵਾਰ ਦੇ ਬਿਆਨ ਵੀ ਇਹੀ ਨੇ ਵੀ ਉਹਨੂੰ ਕੁਝ ਖਾਣ ਦੀ ਚੀਜ਼ ਦਾ ਬਹਾਨਾ ਦੇ ਕੇ, ਵਰਗਲਾ ਕੇ ਕਹਿ ਲਈਏ, ਜਾਂ ਨਾਲ ਲਾ ਕੇ ਲੈ ਗਿਆ। ਉਹ ਕੰਮ ਆਏਗੀ ਅੱਗੇ? ਸੁਖਵਿੰਦਰ ਜੀ, ਇਸ ਤਰ੍ਹਾਂ ਸੀਸੀਟੀਵੀ ਫੁਟੇਜ ਨੋ ਡਾਊਟ ਇੱਕ ਬਹੁਤ ਵੱਡਾ ਐਵੀਡੈਂਸ ਹੈ। ਜੇ ਅਸੀਂ ਲਗਾਈਏ ਵੀ ਆਦਮੀ ਝੂਠ ਬੋਲ ਸਕਦੇ, ਟੈਕਨੋਲੋਜੀ ਝੂਠ ਨਹੀਂ ਬੋਲਦੀ, ਤੇ ਉਸੇ ਹਿਸਾਬ ਨਾਲ ਸੀਸੀਟੀਵੀ ਫੁਟੇਜ ਐਵੀਡੈਂਸ। ਹੁਣ ਜੇ ਮੈਂ ਹੀ ਦੋਸ਼ੀਆਂ ਦਾ ਵਕੀਲ ਹੋਵਾਂ, ਕੀ ਮੈਂ ਉਸ ਸੀਸੀਟੀਵੀ ਫੁਟੇਜ ਨੂੰ ਕਹੂੰਗਾ ਸਹੀ ਹੈ? ਮੈਂ 100 ਤਰ੍ਹਾਂ ਦੇ ਆਬਜੈਕਸ਼ਨ ਖੜੇ ਕਰਾਂਗਾ। ਆਮ ਬੰਦੇ ਲਈ ਉਹ ਬਹੁਤ ਵੱਡੀ ਐਵੀਡੈਂਸ ਹੋ ਗਈ, ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਜਦੋਂ ਕਾਨੂੰਨ ਦੀ ਨਜ਼ਰ 'ਚ ਉਹ ਵੈਲੂਏਟ ਹੁੰਦੀ ਹੈ, ਉਹਨੂੰ ਕ੍ਰਾਸ ਐਗਜ਼ਾਮਿਨ ਕਰਨਾ ਤੇ ਉਸ ਚੀਜ਼ ਨੂੰ ਵੀ ਪ੍ਰੂਵ ਕਰਨ ਲਈ ਸਾਨੂੰ ਸਾਰੇ ਕੀ ਅਸੀਂ ਮਾਪਦੰਡਾਂ 'ਤੇ ਠੀਕ ਉਤਰਦੇ ਹਾਂ, ਉਹ ਸਾਡਾ ਚਲਾਨ ਦੱਸ ਪਾਏਗਾ। ਕਿਉਂਕਿ ਸੀਸੀਟੀਵੀ ਫੁਟੇਜ ਵੀ ਜਿੰਨੀ ਦੇਰ ਆਪਾਂ ਓਰੀਜਨਲ ਜਿੱਥੋਂ ਸੀਸੀਟੀਵੀ ਫੁਟੇਜ ਆ, ਓਰੀਜਨਲ ਸਾਨੂੰ ਇੰਸਟਰੂਮੈਂਟ ਵੀ ਕਬਜ਼ੇ 'ਚ ਲੈਣਾ ਪਏਗਾ। ਉਸ ਓਰੀਜਨਲ ਇੰਸਟਰੂਮੈਂਟ ਨੂੰ ਫੋਰੈਂਸਿਕ ਦੇ ਭੇਜਣਾ ਪਏਗਾ ਜਾਂਚ ਵਾਸਤੇ ਕਿ ਉਹਦੀ ਹੀ ਸੀਸੀਟੀਵੀ ਫੁਟੇਜ ਹੈ। ਇਸ ਕਰਕੇ ਹਜੇ ਕਿਉਂਕਿ ਇਹ ਜਾਂਚ ਚੱਲ ਰਹੀ ਹੈ, ਪੁਲਿਸ ਨੇ ਇਹ ਕੰਮ ਕਰਨਾ, ਬਟ ਇਟ ਇਜ਼ ਨੋ ਡਾਊਟ ਇਜ਼ ਸਟਰੋਂਗ ਐਵੀਡੈਂਸ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਆਰੋਪੀਆਂ ਦੀ ਗੱਲ ਕਰੀਏ ਤਾਂ ਆਰੋਪੀਆਂ ਦੇ ਕੋਲ ਰਸਤਾ ਲੱਗਦਾ ਕੋਈ ਵੀ ਬਚ ਸਕਦੇ ਨੇ ਇਸ ਕੇਸ ਤੋਂ, ਅੱਗੇ ਨਿਕਲ ਸਕਦੇ ਨੇ? ਜਿੱਥੇ ਤੱਕ ਮੈਂ ਪ੍ਰੋਸੀਕਿਊਸ਼ਨ ਵੱਲੋਂ ਜੇ ਖੜਾ ਹੋਊਂਗਾ ਤਾਂ ਮੈਂ ਤਾਂ ਰਸਤੇ ਜੇ ਨਿਕਲਦਾ ਵੀ ਹੋਊਗਾ ਬੰਦ ਕਰਨ ਦੀ ਈਸ਼ਵਰ ਦੀ ਕਿਰਪਾ ਨਾਲ ਕੋਸ਼ਿਸ਼ ਕਰਾਂਗੇ ਕਿ ਇੱਦਾਂ ਦੇ ਕੇਸਾਂ 'ਚ ਆਰੋਪੀ ਨਹੀਂ ਬਚਣੇ ਚਾਹੀਦੇ। ਬਾਕੀ ਜਿੱਥੇ ਤੱਕ ਸਾਡੇ ਸੰਵਿਧਾਨ ਦਾ ਜੋ ਬਾਬਾ ਸਾਹਿਬ ਅੰਬੇਦਕਰ ਜੀ ਨੇ ਬਣਾਇਆ, ਜਿਹਦੇ ਮੁਤਾਬਕ ਈਵਨ ਕੋਰਟਾਂ ਵੀ ਚੱਲਦੀਆਂ, ਉਹਦੇ 'ਚ ਹਰ ਦੋਸ਼ੀ ਨੂੰ ਹੱਕ ਮਿਲਿਆ ਦਾ ਕਿ ਜਦੋਂ ਤੱਕ ਉਹਨੂੰ ਉਹਦੇ ਜੁਰਮ ਸਾਬਿਤ ਨਹੀਂ ਹੋ ਜਾਂਦੇ, ਤੁਸੀਂ ਉਹਨੂੰ ਆਰੋਪੀ ਚਾਹੇ ਸ਼ਬਦ ਕਹਿ ਲਈਏ, ਦੋਸ਼ੀ ਸ਼ਬਦ ਕਹਿ ਲਈਏ, ਵੀ ਉਦੋਂ ਤੱਕ ਉਹਨੂੰ ਆਪਾਂ ਦੋਸ਼ੀ ਸ਼ਬਦ ਸਹੀ ਮਾਇਨੇ 'ਚ ਮੰਨਿਆ ਤਾਂ ਜਦੋਂ ਦੋਸ਼ ਸਾਬਿਤ ਹੋ ਜਾਣ, ਜਾਂ ਐਕਿਊਜ਼ ਉਹਨੂੰ ਆਪਾਂ ਕਹਿੰਦੇ। ਤੇ ਇਸ ਕਰਕੇ ਉਹਨੂੰ ਅਗਲੇ ਨੂੰ ਹੱਕ ਤਾਂ ਹੈ, ਅਸੀਂ ਉਸ ਹੱਕ ਨੂੰ ਕਹਿ ਦਈਏ ਜੀ ਉਹਨੂੰ ਵਕੀਲ ਨਹੀਂ ਮਿਲੇਗਾ, ਜੇ ਪ੍ਰਾਈਵੇਟ ਕੋਈ ਨਹੀਂ ਖੜਾ ਹੋਏਗਾ ਉਹਨੂੰ ਸਰਕਾਰ ਵੱਲੋਂ ਅਪਾਇੰਟ ਕਰਕੇ ਦਿੱਤਾ ਜਾਏਗਾ, ਤੇ ਡਿਫੈਂਸ ਤਾਂ ਉਹ ਕਰੇਗਾ ਆਪਣਾ, ਉਹ ਇਹ ਤਾਂ ਕਹਿ ਨਹੀਂ ਦੇਗਾ ਕਿ ਮੈਨੂੰ ਫਾਂਸੀ 'ਤੇ ਚਾੜ੍ਹ ਦਿਓ। ਤੇ ਇਸ ਕਰਕੇ ਸਾਡੀ ਕੋਸ਼ਿਸ਼ ਜਿੱਥੇ ਤੱਕ ਹੋਏਗੀ ਤੇ ਅਸੀਂ ਉਸ ਕੇਸ ਨੂੰ, ਇਹਨੂੰ ਆਰੋਪੀਆਂ ਦੀ ਸਜ਼ਾ ਵੱਧ ਤੋਂ ਵੱਧ ਕਰਾਉਣ ਦੀ, ਈਵਨ ਫਾਂਸੀ ਦੀ ਸਜ਼ਾ ਤੱਕ ਵੀ ਕੋਸ਼ਿਸ਼ ਕਰਾਂਗੇ। ਸਮਾਂ ਕਿੰਨਾ ਲੱਗ ਸਕਦਾ ਹੈ? ਸਾਡੇ ਵੱਲੋਂ ਕੋਸ਼ਿਸ਼ ਹੋਏਗੀ ਜੇ ਡੇ ਟੂ ਡੇਟ ਵੀ ਟਰਾਇਲ ਚੱਲ ਪਵੇ ਤਾਂ ਵੀ ਬਹੁਤ ਅੱਛੀ ਗੱਲ, ਪਰ ਕਿਉਂਕਿ ਆ ਕਰੋਨਾ ਕਾਲ ਕਰਕੇ ਕੋਰਟਾਂ ਪਿਛਲੇ 7 ਕੁ ਮਹੀਨੇ ਤੋਂ ਕੋਈ ਇਹਨਾਂ ਦੀ ਕੋਰਟਾਂ ਦੀ ਜਿਹੜੀ ਰੈਗੂਲਰ ਵਰਕਿੰਗ ਰੁਕੀ ਦੀ ਹੈ, ਕਿਉਂਕਿ 22-23 ਮਾਰਚ ਔਨਵਰਡਸ, ਅੱਜ ਅਸੀਂ ਅਕਤੂਬਰ 'ਚ ਬੈਠੇ ਹਾਂ ਤੇ ਲਗਾਤਾਰ ਕੋਰਟਾਂ ਦਾ ਕੰਮ ਐਕਸੈਪਟ ਫਰੋਮ ਅਰਜੈਂਟ ਵਰਕ ਹਜੇ ਕੋਈ ਕੰਮ ਇੱਦਾਂ ਰੈਗੂਲਰ ਨਹੀਂ ਕੋਰਟਾਂ ਸ਼ੁਰੂ ਹੋਇਆ। ਜੇ ਕੋਈ ਇਹ ਦੁਬਿਧਾ ਆਉਂਦੀ ਤਾਂ ਮੈਂ ਕਹਿ ਨਹੀਂ ਸਕਦਾ ਕੋਈ ਪ੍ਰਕਿਰਤੀ ਵੱਲੋਂ ਆ ਜਾਵੇ, ਤੇ ਬਟ ਅਦਰਵਾਈਜ਼ ਵੀ ਵਿਲ ਡੈਫੀਨੇਟਲੀ ਟਰਾਈ ਕਿ ਡੇ ਟੂ ਡੇ ਵੀ ਟਰਾਇਲ ਇਹਦਾ ਜੇ ਚੱਲ ਸਕਿਆ ਤਾਂ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ, ਨਹੀਂ ਤਾਂ ਕੋਰਟ ਨੂੰ ਕਰਾਂਗੇ ਵੀ ਕੁਛ ਮਹੀਨਿਆਂ ਦੇ ਵਿੱਚ ਕਮ ਸੇ ਕਮ ਇਸ ਟਰਾਇਲ ਨੂੰ ਖ਼ਤਮ ਕੀਤਾ ਜਾਵੇ, ਤਾਂ ਕਿ ਉਸ ਮਾਸੂਮ ਨੂੰ ਤਾਂ ਜਸਟਿਸ ਦੇਣਾ ਹੀ ਹੈ ਜਿਹੜੀ ਚਲੀ ਗਈ, ਉਸ ਪਰਿਵਾਰ ਨੂੰ ਵੀ ਅੱਜ ਜਸਟਿਸ ਦੀ ਲੋੜ ਆ, ਪਰਿਵਾਰ ਦੇ ਥਰੂ ਸਮਾਜ ਨੂੰ ਵੀ ਜਸਟਿਸ ਦੀ ਲੋੜ ਆ, ਕਿਉਂਕਿ ਸਮਾਜ ਵੀ ਦੇਖ ਰਿਹਾ ਇਹ ਸਿਰਫ ਪੰਜਾਬ ਦੀ ਇੱਕ ਘਟਨਾ ਨਹੀਂ ਹੈ, ਅੱਜ ਸਾਰੇ ਦੇਸ਼ 'ਚ ਅਸੀਂ ਦੇਖਿਆ ਪਿਛਲੇ ਕੁਝ ਸਮੇਂ 'ਚ ਕਿਸ ਤਰ੍ਹਾਂ ਘਟਨਾ ਹੋਈਆਂ, ਔਰ ਖ਼ਾਸ ਤੌਰ 'ਤੇ ਬੱਚੀਆਂ 'ਤੇ ਜੁਰਮ ਜਿਹੜੇ ਹੋਏ ਆ, ਔਰ ਇਹ ਤਾਂ ਜੁਰਮ ਤਦੇ ਹੀ ਹਟਣਗੇ ਜੇ ਸਖਤ ਕਾਨੂੰਨ, ਸਖਤ ਸਜ਼ਾਵਾਂ ਜਲਦੀ ਤੋਂ ਜਲਦੀ ਹੋਣਗੀਆਂ। ਆਪਾਂ ਸਮਾਜ ਦੀ ਗੱਲ ਕਰ ਲੈਂਦੇ ਹਾਂ। ਸਮਾਜ ਦੀ ਗੱਲ ਕੀਤੀ ਹੈ ਤੁਸੀਂ, ਇੱਦਾਂ ਦੀਆਂ ਖਬਰਾਂ ਪਹਿਲਾਂ ਯੂਪੀ, ਬਿਹਾਰ ਜਾਂ ਅਦਰ ਸਟੇਟਸ ਤੋਂ ਪੰਜਾਬੀਆਂ ਨੂੰ ਸੁਣਨ ਨੂੰ, ਦੇਖਣ ਨੂੰ ਮਿਲਦੀਆਂ ਸੀ, ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਮਾਹੌਲ ਵਿਗੜਦਾ ਜਾ ਰਿਹਾ ਹੈ, ਲੱਗਦਾ ਹੈ ਵੀ ਲਾਅ ਐਂਡ ਆਰਡਰ ਦੀ ਸਥਿਤੀ ਵੀ ਥੋੜ੍ਹੀ ਜਿਹੀ ਵਿਗੜੀ। ਲਾਅ ਐਂਡ ਆਰਡਰ ਜਿਹੜਾ ਅੱਜ ਮੈਂ ਐਜ਼ ਅ ਵਕੀਲ ਦੇ ਤੌਰ 'ਤੇ ਇੱਥੇ ਬੈਠਾ, ਜਦੋਂ ਮੈਂ ਸਰਕਾਰ ਦੇ ਤੌਰ 'ਤੇ ਬੈਠਾ ਹੋਊਂਗਾ, ਮੇਰੇ ਖਿਆਲ 'ਚ ਉਦੋਂ ਮੈਂ ਕਮੈਂਟ ਕਰੂੰਗਾ ਤਾਂ ਜ਼ਿਆਦਾ ਵਧੀਆ ਰਹੇਗਾ। ਪਰ ਮੈਨੂੰ ਇਸ ਗੱਲ ਦਾ ਮੈਂ ਕਹਿਣਾ ਚਾਹੂੰਗਾ ਰਾਦਰ ਵੀ ਸਰਕਾਰ ਲਈ ਹਮੇਸ਼ਾ, ਕਿਸੇ ਦੀ ਵੀ ਸਰਕਾਰ ਹੋਵੇ, ਇਟ ਇਜ਼ ਨਾਟ ਇਸ਼ੂ ਆਫ ਪੋਲੀਟਿਕਸ, ਇਹ ਇਸ਼ੂ ਇਹ ਆ ਕਿ ਕਿਸੇ ਦੀ ਸਰਕਾਰ ਹੋਵੇ, ਜੁਰਮ ਜੇ ਹੋ ਵੀ ਜਾਂਦਾ ਤੇ ਉਸ ਤੋਂ ਬਾਅਦ ਜੇ ਇਮੀਡੀਏਟ ਨਿਆਂ ਨਹੀਂ ਮਿਲਦਾ ਫਿਰ ਉਹਦੀ ਆਵਾਜ਼ ਜ਼ਿਆਦਾ ਉੱਠਦੀ ਹੈ। ਜੇ ਇਮੀਡੀਏਟ ਐਕਸ਼ਨ ਹੋ ਜਾਏਗਾ, ਕਿਉਂਕਿ ਕਾਨੂੰਨ ਇਸੇ ਕੰਮ ਲਈ ਬਣੇ ਆ ਸਾਡੇ, ਅਸੀਂ ਕੋਈ ਸਾਊਦੀ ਅਰਬ ਵਾਲੇ ਤਾਂ ਕਾਨੂੰਨ ਹੈ ਨਹੀਂ ਵੀ ਉਸੇ ਟਾਈਮ ਹੱਥ ਕੱਟ ਦਿਓ ਜਾਂ ਉਸੇ ਟਾਈਮ, ਇੱਥੇ ਤਾਂ ਮੈਂ ਦੱਸਿਆ ਪਹਿਲਾਂ ਦੱਸ ਕੇ ਹਟਿਆ ਕਿ ਦੋਸ਼ੀ ਨੂੰ ਵੀ ਸਾਬਿਤ ਕਰਨ ਦਾ ਪੂਰਾ ਹੱਕ ਆ ਕਿ ਮੈਂ ਨਿਰਦੋਸ਼ ਹਾਂ।
ਤੇ ਇਸ ਕਰਕੇ ਮੈਂ ਤਾਂ ਇਹੀ ਕਹਾਂਗਾ ਕਿ ਜੇ ਲਾਅ ਐਂਡ ਆਰਡਰ 'ਚ ਕਿਸੇ ਤਰ੍ਹਾਂ ਦੀ ਵੀ ਸਿਚੁਏਸ਼ਨ 'ਚ ਖਰਾਬ ਹੁੰਦਾ, ਸਰਕਾਰ ਨੂੰ ਸਜਗ ਰਹਿਣਾ ਚਾਹੀਦਾ। ਔਰ ਦੂਜੀ ਗੱਲ, ਜਲਦੀ ਤੋਂ ਜਲਦੀ ਨਿਆਂ ਦਿਵਾਓਗੇ ਤੇ ਮੇਰੇ ਖਿਆਲ 'ਚ ਲੋਕ ਤੁਹਾਡੇ ਨਾਲ ਜੁੜੇ ਰਹਿਣਗੇ। ਮੈਨੂੰ ਲੱਗਦਾ ਹੈ ਹਜ਼ਾਰਾਂ 'ਚ ਨਹੀਂ ਲੱਖਾਂ 'ਚ ਕੇਸ ਹੋਣਗੇ ਜਿਹੜੇ ਅੱਜ ਵੀ ਫਾਈਲਾਂ ਦੇ ਵਿੱਚ ਦੱਬੇ ਪਏ ਨੇ, ਘੱਟਾ ਪਿਆ ਉਹਨਾਂ ਫਾਈਲਾਂ ਦੇ ਉੱਤੇ, ਅੰਜਾਮ ਤੱਕ ਨਹੀਂ ਪਹੁੰਚੇ। ਔਰ ਇਹੀ ਕਾਰਨ ਕਈ ਵਾਰ ਬਣ ਜਾਂਦਾ ਹੈ ਵੀ ਜਿਹੜਾ ਕ੍ਰਾਈਮ ਕਰਦਾ ਹੈ ਇਨਸਾਨ, ਉਹਦਾ ਹੌਸਲਾ ਵੀ ਵਧਿਆ ਰਹਿੰਦਾ ਹੈ। 4 ਮਹੀਨੇ 6 ਮਹੀਨੇ ਜੇਲ੍ਹ 'ਚ ਰਹਿੰਦਾ, ਫਿਰ ਜ਼ਮਾਨਤ ਲੈ ਕੇ ਬਾਹਰ ਆ ਜਾਂਦਾ ਹੈ, ਫਿਰ ਅਗਲਾ ਓਫੈਂਸ ਕਰ ਦਿੰਦਾ ਹੈ, ਉਸ ਤੋਂ ਬਾਅਦ ਫਿਰ ਉਹਦਾ ਰੂਟੀਨ ਹੀ ਚਲੀ ਜਾਂਦੀ, ਉਹਦਾ ਹੌਸਲਾ ਵੱਧਦਾ ਹੈ। ਲੱਗਦਾ ਹੈ ਡਿਲੇ ਇਹਨਾਂ ਜ਼ੁਰਮ ਨੂੰ ਵਧਾਉਣ ਦੇ ਵਿੱਚ ਕਿਤੇ ਨਾ ਕਿਤੇ ਮਦਦਗਾਰ ਹੋ ਜਾਂਦਾ। ਇਹਦੇ 'ਚ ਮੈਂ ਪਹਿਲੇ ਵੀ ਗੱਲ ਕਰਕੇ ਹਟਿਆ ਕਿ ਜਸਟਿਸ ਡਿਲੇਜ਼ ਜਸਟਿਸ ਡਿਨਾਈਡ, ਇਹ ਸਾਡਾ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਦਾ। ਈਵਨ ਪ੍ਰਾਇਰ ਟੂ ਅਵਰ ਜਦੋਂ ਆਜ਼ਾਦੀ ਤੋਂ ਪਹਿਲਾਂ ਆਨਰੇਬਲ ਪ੍ਰੀਵੀ ਕਾਉਂਸਿਲ ਨੇ ਵੀ ਇਹ ਗੱਲ ਕਹੀ ਸੀਗੀ। ਪਰ ਜਸਟਿਸ ਡਿਲੇ ਦੇ ਹੁਣ ਕਈ ਕਾਰਨ ਉੱਭਰ ਕੇ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਫਾਈਲਾਂ ਬੜੀਆਂ ਦੱਬੀਆਂ ਪਈਆਂ, ਫਾਈਲਾਂ ਬੜੀਆਂ, ਕੋਰਟਾਂ ਕੋਸ਼ਿਸ਼ ਵੀ ਕਰਦੀਆਂ ਕਿ ਉਹਨਾਂ ਫਾਈਲਾਂ ਦੇ ਵਿੱਚ ਜਲਦੀ ਤੋਂ ਜਲਦੀ ਨਿਆਂ ਮਿਲੇ। ਅਸੀਂ ਜਨਰਲੀ ਕਹਿੰਦੇ ਹਾਂ ਵੀ ਕਈ ਵਾਰ ਐਜ਼ ਕ੍ਰਿਮੀਨਲ ਐਡਵੋਕੇਟ ਦੇ ਤੌਰ 'ਤੇ ਵੀ ਮੈਂ ਕਹਿਣਾ ਹੁੰਦਾ ਕਿ ਫਾਈਟ ਇਜ਼ ਰੂਟੀਨ ਬਟ ਮਰਡਰ ਇਜ਼ ਐਕਸੈਪਸ਼ਨ। ਉਹਦੇ ਪਿੱਛੇ ਕਾਰਨ ਹੈ ਕਿ ਅਸੀਂ ਲੜਾਈ ਝਗੜਾ ਫਟਾਫਟ ਕਰ ਲਈਦਾ ਕਿਉਂਕਿ ਸਾਨੂੰ ਪਤਾ ਥਾਣੇ ਜ਼ਮਾਨਤ ਹੋ ਜਾਣੀ ਛੋਟੀ ਮੋਟੀ ਲੜਾਈ ਦੀ। ਪਰ ਜਿਹੜੀ ਜਦੋਂ ਆਪਾਂ ਕਹੀਦਾ ਕਿ ਦੂਸਰਾ ਮਰਡਰ ਇਜ਼ ਐਕਸੈਪਸ਼ਨ, ਸਾਨੂੰ ਪਤਾ ਉਹਦੇ 'ਚ ਮੇਰੀ ਜ਼ਮਾਨਤ ਵੀ ਨਹੀਂ ਹੋਣੀ, ਮਰਡਰ ਕਰਕੇ ਮੈਨੂੰ ਸਜ਼ਾ ਵੀ ਜ਼ਿਆਦਾ ਹੋ ਜਾਣੀ, ਕਾਫੀ ਦੇਰ ਅੰਦਰ ਰਹਿਣਾ ਪੈਣਾ, ਤੇ ਇਸ ਕਰਕੇ ਦੈਟ ਇਜ਼ ਆਲਵੇਜ਼ ਐਕਸੈਪਸ਼ਨ ਵੀ ਕਿਤੇ ਕਿਤੇ ਹੁੰਦਾ। ਤੇ ਸਿਮਿਲਰਲੀ ਕੋਈ ਇਹ 'ਚ ਸ਼ੱਕ ਨਹੀਂ ਕਿ ਜਨਤਾ, ਆਮ ਜਨਤਾ ਹਮੇਸ਼ਾ ਕੋਰਟਾਂ ਵੱਲ ਦੇਖਦੀ ਹੈ, ਹਮੇਸ਼ਾ ਸਰਕਾਰਾਂ ਵੱਲ ਦੇਖਦੀ ਹੈ ਕਿ ਨਿਆਂ ਛੇਤੀ ਮਿਲੇ। ਜੇ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਤਦੇ ਆਵਾਜ਼ ਉੱਠਦੀ ਹੈ, ਜਿਹੜੀਆਂ ਅਸੀਂ ਆਵਾਜ਼ਾਂ ਵੀ ਦਿਖਦੇ ਹਾਂ। ਜੇ ਨਿਆਂ ਮਿਲ ਜਾਏਗਾ ਮੇਰੇ ਖਿਆਲ ਜਨਤਾ ਸ਼ਾਂਤ ਹੋ ਜਾਏਗੀ। ਜਨਤਾ ਨੂੰ ਵੀ ਪਤਾ ਜਿਹੜਾ ਘਟਨਾ ਵਾਪਰ ਗਈ, ਹੁਣ ਮੈਂ ਐਜ਼ ਵਕੀਲ ਕਹਾਂ ਕਿ ਮੈਂ ਉਸ ਲੜਕੀ ਨੂੰ ਵਾਪਸ ਲੈ ਆਵਾਂਗਾ, ਦੈਟ ਇਜ਼ ਨਾਟ ਪੋਸੀਬਲ। ਪਰ ਜੇ ਉਹਨੂੰ ਮੈਂ ਨਿਆਂ ਦਿਵਾ ਸਕਾਂਗਾ, ਕਮ ਸੇ ਕਮ ਉਸ ਪਰਿਵਾਰ ਨੂੰ ਥੋੜ੍ਹਾ ਜਿਹਾ ਸਕੂਨ ਵੀ ਚੱਲ ਯਾਰ ਬੱਚੀ ਤਾਂ ਚਲੀ ਗਈ, ਕੋਰਟ ਵੱਲੋਂ ਸਾਨੂੰ ਨਿਆਂ ਮਿਲ ਗਿਆ। ਮੇਰੀ ਗੱਲ ਛੱਡ ਦਿਓ ਵੀ ਵਕੀਲ ਨੇ ਕੀ ਕੀਤਾ, ਜੱਜ ਵੱਲੋਂ ਵੀ ਉਹਨੂੰ ਸਕੂਨ ਮਿਲੇਗਾ ਵੀ ਕਾਨੂੰਨਨ ਮੈਨੂੰ ਨਿਆਂ ਮਿਲ ਗਿਆ। ਹੁਣ ਬੱਚੀ ਤਾਂ ਨਹੀਂ ਆਣੀ, ਪਰ ਮੈਂ ਜੋ ਵੱਧ ਤੋਂ ਵੱਧ ਸਜ਼ਾ, ਵੱਧ ਤੋਂ ਵੱਧ ਜੋ ਕਰ ਸਕਦੇ ਸੀ ਉਹ ਆਪਾਂ ਕੀਤਾ। ਯਾਰ ਜੀ, ਧੀਆਂ ਦੇ ਨਾਲ ਅਜਿਹੀਆਂ ਘਿਨਾਉਣੀਆਂ ਹਰਕਤਾਂ, ਘਟਨਾਵਾਂ, ਗੱਲ ਲੁਧਿਆਣਾ ਦੀ ਕਰੀਏ ਤਾਂ ਉੱਥੇ ਵੀ ਬੀਤੇ ਦਿਨ ਇੱਦਾਂ ਦੀ ਖਬਰ ਆ ਰਹੀ ਹੈ ਵੀ ਉੱਥੇ ਵੀ ਇੱਕ ਟੈਕਸੀ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਦਰਿੰਦਗੀ ਉਹਦੇ ਨਾਲ ਕੀਤੀ ਗਈ ਹੈ। ਲੱਗਦਾ ਹੈ ਵੀ ਧੀਆਂ ਦੀ ਸਿਕਿਉਰਿਟੀ ਪੱਖੋਂ ਥੋੜ੍ਹੀ ਜਿਹੀ ਵੀਕ ਹੋਇਆ। ਜੇ ਲਾਅ ਐਂਡ ਆਰਡਰ ਦੀ ਗੱਲ ਕਰ ਲਈਏ, ਪੁਲਿਸ ਸੁਰੱਖਿਆ ਨਹੀਂ ਦੇ ਪਾ ਰਹੀ। ਅੱਜ ਅਸੀਂ ਇਹ ਗੱਲ ਕਰ ਰਹੇ ਹਾਂ ਅਸ਼ਟਮੀ ਵਾਲੇ ਦਿਨ। ਅਸ਼ਟਮੀ ਵਾਲੇ ਦਿਨ ਇੱਕ ਸਾਈਡ ਤਾਂ ਅਸੀਂ ਕੰਜਕ ਦਾ ਪੂਜਨ ਕਰਦੇ ਹਾਂ, ਉਸ ਧੀ ਦਾ, ਉਸ ਲੜਕੀ ਦਾ ਪੂਜਨ ਕਰਦੇ ਹਾਂ। ਦੂਸਰੀ ਸਾਈਡ ਅਸੀਂ ਉਹ ਧੀਆਂ ਨਾਲ ਜਦੋਂ ਇੱਦਾਂ ਦਾ ਵਤੀਰਾ ਕਰਦੇ ਹਾਂ ਤੇ ਦਿਲ ਤਾਂ ਅੰਦਰੋਂ ਇਹ ਕਰਦਾ ਵੀ ਉਸ ਬੰਦੇ ਨਾਲ ਵੀ ਇਨਸਾਫ ਉਸੇ ਤਰ੍ਹਾਂ ਹੋ ਜਾਵੇ। ਤੁਹਾਨੂੰ ਯਾਦ ਹੋਏਗਾ ਕਿ ਇੱਕ ਰੇਪ ਕਿਹੜੀ ਸਟੇਟ 'ਚ ਹੋਇਆ ਸੀ, ਸ਼ਾਇਦ ਕਰਨਾਟਕਾ ਜਾਂ ਜਿੱਥੇ ਵੀ ਹੋਇਆ, ਮੈਨੂੰ ਭੁੱਲ ਗਿਆ, ਰਾਜਸਥਾਨ ਕਰਨਾਟਕਾ। ਉੱਥੇ ਉਸੇ ਟਾਈਮ ਥੋੜ੍ਹੇ ਦਿਨਾਂ ਬਾਅਦ ਉਹਨਾਂ ਦਾ ਦੋਸ਼ੀਆਂ ਦਾ ਐਨਕਾਊਂਟਰ ਕਰ ਦਿੱਤਾ ਗਿਆ। ਐਨਕਾਊਂਟਰ ਵੈਦਰ ਦੈਟ ਵਾਜ਼ ਵੈਲਿਡ ਐਨਕਾਊਂਟਰ ਔਰ ਇਲੀਗਲ ਸੀ ਜਾਂ ਲੀਗਲ ਸੀ, ਮੈਂ ਕਮੈਂਟ ਨਹੀਂ ਕਰਨਾ, ਉਹ ਇਨਕੁਆਇਰੀ ਚੱਲ ਰਹੀ ਜੋ ਵੀ। ਪਰ ਆਮ ਜਨਤਾ ਦੇ ਜਦੋਂ ਅਸੀਂ ਫੇਸਬੁੱਕ 'ਤੇ ਕਮੈਂਟ ਪੜ੍ਹਦੇ ਹਾਂ, ਉੱਥੇ ਕਿਸੇ ਵੀ ਸੋਸ਼ਲ ਮੀਡੀਆ 'ਤੇ ਕਮੈਂਟ ਪੜ੍ਹਦੇ ਹਾਂ, ਤੁਸੀਂ ਉਹ ਦੇਖੋਗੇ ਕਿ ਕਿਸੇ ਨੇ ਪੁਲਿਸ 'ਤੇ ਇਲਜ਼ਾਮ ਨਹੀਂ ਲਾਇਆ ਵੀ ਪੁਲਿਸ ਨੇ, ਹਾਲਾਂਕਿ ਉਹ ਦਿਖਦਾ ਸੀ ਵੀ ਸ਼ਾਇਦ ਵਰਲਡ, ਮੈਂ ਤਦ ਕਹਿੰਦਾ ਕਿ ਆਈ ਐਮ ਨਾਟ ਇਨਕੁਆਇਰੀ ਅਫਸਰ, ਵੀ ਸ਼ਾਇਦ ਉਹ ਇਨਕਾਊਂਟਰ ਉੱਦਾਂ ਕਰ ਦਿੱਤਾ ਗਿਆ। ਪਰ ਜਨਤਾ ਫਿਰ ਵੀ ਖੁਸ਼ ਆ ਇੱਦਾਂ ਦੇ ਇਨਕਾਊਂਟਰਾਂ ਤੋਂ। ਕਿਉਂ ਖੁਸ਼ ਆ? ਕਿਉਂਕਿ ਉਹਦੇ ਪਿੱਛੇ ਜਨਤਾ ਦੀ ਵੀ ਮਨਸ਼ਾ ਵੀ ਧੀਆਂ ਨਾਲ ਜੋ ਹੋ ਰਿਹਾ, ਜੋ ਸਮਾਜ ਦੇ ਵਿੱਚ ਅਸੀਂ ਕਿੱਧਰ ਨੂੰ ਚੱਲ ਪਏ ਹਾਂ। ਸਰਕਾਰ ਦੀ ਤਾਂ ਜ਼ਿੰਮੇਵਾਰੀ, ਜਿਹਨੇ ਸਾਡਾ ਪਾਲਣ ਪੋਸ਼ਣ, ਸਟੇਟ ਜਦੋਂ ਸ਼ਬਦ ਆ ਜਾਂਦਾ ਮੈਂ ਕਹਿੰਦਾ ਉਹਨੇ ਪਾਲਣ ਪੋਸ਼ਣ ਕਰਨਾ, ਅਤੇ ਸਰਕਾਰ ਰਿਸਪੋਂਸੀਬਿਲਿਟੀ ਉਹਨੂੰ ਲੈਣੀ ਪਏਗੀ। ਸਰਕਾਰਾਂ ਨੂੰ ਰਿਸਪੋਂਸੀਬਿਲਿਟੀਆਂ ਹਰ ਤਰੀਕੇ ਨਾਲ ਲੈਣੀਆਂ ਪਏਗੀਆਂ। ਸਰਕਾਰ ਜ਼ਿੰਮੇਵਾਰ ਕਿਉਂ ਨਹੀਂ ਹੋਏਗੀ? ਵੀ ਪੁਲਿਸ ਵੀ ਉਸ ਲੈਵਲ 'ਤੇ ਦੇਖੋ। ਮੈਂ ਇਸ ਗੱਲ ਨੂੰ, ਇੱਕ ਗੱਲ ਪ੍ਰੈਕਟੀਕਲ ਹੁੰਦੀ ਹੈ ਹਰ ਜਗ੍ਹਾ 'ਤੇ। ਹੁਣ ਮੇਰੇ ਘਰ ਦੇ ਬਾਹਰ ਮੈਂ ਕਹਾਂ ਮੇਰੇ ਸਿਪਾਹੀ ਖੜਾ ਕਰ ਦਿਓ, ਦੈਟ ਇਜ਼ ਨਾਟ ਪ੍ਰੋਬੇਬਲ, ਦੈਟ ਇਜ਼ ਨਾਟ ਪੋਸੀਬਲ। ਪਰ ਉਸ ਚੀਜ਼ ਨੂੰ ਬਦਲਿਆ ਵੀ ਜਾ ਸਕਦਾ। ਅੱਜ ਕਈਆਂ ਨੂੰ ਇੱਦਾਂ ਅਨਨੈਸੈਸਰੀ ਸਿਕਿਉਰਿਟੀ ਮਿਲੀ ਦੀ ਹੈ। ਸਮਾਜ ਦੇ ਕਈ ਐਸੇ ਸਪੈਸ਼ਲ ਲੋਕ ਆ ਜਿਨ੍ਹਾਂ ਨੂੰ ਸ਼ਾਇਦ ਇੱਕ ਗਨਮੈਨ ਦੀ ਵੀ ਨਹੀਂ ਲੋੜ, ਉਹਨੂੰ 10-10 ਗਨਮੈਨ ਲੈ ਕੇ ਚਲੇ ਦੇ ਆ। ਇਹ ਤਾਂ ਢਾਂਚਾ ਹੁਣ ਪੁਲਿਸ ਨੂੰ ਦੇਖਣਾ ਹੈ ਨਾ ਜੀ, ਵੀ ਕਿਹੜਾ ਗਨਮੈਨ ਘਰ 'ਚ ਰੋਟੀਆਂ ਬਣਾਉਣ ਲਈ ਰੱਖਿਆ ਦਾ, ਕਿਹਦੀ ਜ਼ਰੂਰਤ ਥਾਣੇ ਵਿੱਚ ਆ। ਕਈ ਵਾਰ ਅਕਸਰ ਲੋਕ ਜਾਂਦੇ ਥਾਣਿਆਂ ਵਿੱਚ, ਦੇਖਦੇ ਉੱਥੇ ਜਸਟਿਸ ਉਹਨਾਂ ਨੂੰ ਚਾਹੇ ਮਿਲਣਾ ਵੀ ਹੋਵੇ, ਚਾਹੇ ਜਿਹੜਾ ਮੌਕੇ ਦਾ ਥਾਣੇਦਾਰ ਬੈਠਾ ਉਹਨਾਂ ਲਈ ਸਭ ਕੁਝ ਕਰਨ ਨੂੰ ਤਿਆਰ ਆ, ਪਰ ਜਦੋਂ ਉਹ ਕਹਿੰਦਾ ਜੀ ਮੌਕਾ ਦੇਖਣ ਜਾਵਾਂਗੇ 2 ਦਿਨ ਨੂੰ, ਅੱਜ ਪੁਲਿਸ ਦਾ ਬੰਦਾ ਅਵੇਲੇਬਲ ਨਹੀਂ ਸਾਡੇ ਥਾਣੇ 'ਚ। ਇੱਥੇ ਤਾਂ ਸਰਕਾਰ ਨੂੰ ਕੁਛ ਨਾ ਕੁਛ ਚੱਲਣਾ ਚਾਹੀਦਾ, ਦੇਖਣਾ ਚਾਹੀਦਾ। ਔਰ ਅੰਗਰੇਜ਼ਾਂ ਦੇ ਕਾਨੂੰਨ ਕਦੋਂ ਦੇ ਬਣੇ ਦੇ, ਉਹ 'ਚ ਕੁਛ ਬਦਲਾਵ ਤਾਂ ਹੋਣਾ ਚਾਹੀਦਾ। ਇਹ ਕੇਸ ਤਾਂ ਜਿਵੇਂ ਚਲੋ ਆ ਗਿਆ, ਸਾਹਮਣੇ ਆ ਗਿਆ, ਆਵਾਜ਼ ਬੁਲੰਦ ਹੋ ਗਈ, ਲੋਕ ਖੜ ਕੇ ਨਾਲ ਆ ਕੇ, ਤੁਹਾਡਾ ਭਾਈਚਾਰਾ ਨਾਲ ਆ ਕੇ ਖੜ ਰਿਹਾ,
ਪਰ ਬਹੁਤ ਸਾਰੇ ਕੇਸ ਇਦਾਂ ਦੇ ਨੇ ਜਿਹੜੇ ਦੱਬੇ ਰਹਿ ਜਾਂਦੇ ਨੇ, ਪੋਲੀਟੀਕਲੀ ਪ੍ਰੈਸ਼ਰ ਪਾ ਦਿੱਤਾ ਜਾਂਦਾ, ਸਮਝੌਤੇ ਕਰਵਾ ਦਿੱਤੇ ਜਾਂਦੇ ਨੇ। ਫਿਰ ਇਹ ਜਿਹੜੀ ਵੀ ਤਾਂ ਇੱਕ ਕਾਰਨ ਬਣ ਜਾਂਦਾ ਨਾ ਵੀ ਲੋਕਾਂ ਦਾ ਵਿਸ਼ਵਾਸ ਉੱਠ ਜਾਂਦਾ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹ ਅੱਜ ਕੱਲ੍ਹ ਅਸੀਂ ਦੇਖਦੇ ਅਕਸਰ ਜਿਹੜਾ ਕੇਸ ਮੀਡੀਆ ਵਿੱਚ ਹਾਈਲਾਈਟ ਹੋ ਜਾਵੇ ਉਹ ਇੱਕ ਸਮਾਜ ਦਾ ਓਪਨ ਕੇਸ ਬਣ ਜਾਂਦਾ, ਕਿਉਂਕਿ ਆਮ ਬੰਦਿਆਂ ਦੀ ਪਹੁੰਚ ਜਿਹੜੀ ਮੀਡੀਆ ਇੱਕ ਐਸਾ ਪਿਲਰ ਹੈ ਕਨਸਟੀਟਿਊਸ਼ਨ ਦਾ, ਸੰਵਿਧਾਨ ਦਾ, ਸਾਡੇ ਲੋਕਤੰਤਰ ਦਾ, ਕਿ ਜਿਹੜਾ ਆਮ ਬੰਦੇ ਦੀ ਆਵਾਜ਼ ਵੀ ਉੱਥੇ ਤੱਕ। ਹੁਣ ਇਹ ਪਰਿਵਾਰ ਦੀ ਜੇ ਤੁਸੀਂ ਪਿਛੋਕੜ ਦੀ ਗੱਲ ਕਰੋ ਤੇ ਜੇ ਕੇਸ ਤੁਸੀਂ ਲੋਕ ਨਾ ਚੱਕਦੇ, ਜੇ ਉੱਥੇ ਦੇ ਲੋਕ ਅੱਗੇ ਨਾ ਖੜੇ ਹੁੰਦੇ ਤੇ ਇਸ ਕੇਸ ਨੂੰ ਕਿਸ ਨੇ ਪੁੱਛਣਾ ਸੀ? ਵੀ ਇੱਕ ਆਮ ਕੇਸਾਂ ਦੀ ਤਰ੍ਹਾਂ ਰੂਟੀਨ ਦੀ ਤਰ੍ਹਾਂ ਕੀ ਹੁੰਦਾ, ਸਜ਼ਾ ਹੋ ਜਾਂਦੀ, ਬਰੀ ਹੋ ਜਾਂਦੇ, ਕਿਸੇ ਨੂੰ ਕੋਈ ਮਤਲਬ ਨਹੀਂ ਸੀ ਹੋਣਾ। ਅੱਜ ਤੁਸੀਂ ਵੀ ਮੇਰੇ ਕੋਲ ਇੰਟਰਵਿਊ ਲਈ ਕਿਉਂ ਆਏ ਹੋ? ਕਿਉਂਕਿ ਉਸ ਕੇਸ ਹਾਈਲਾਈਟ ਹੋਇਆ ਤਾਂ ਉਸ ਕੇਸ ਦੇ ਵਿੱਚ ਆਪਾਂ ਉਹ ਚੀਜ਼ ਲਿਆਂਦੀ ਬਈ ਵਾਕਈ ਗਰੀਬ ਪਰਿਵਾਰ ਨਾਲ ਇੱਕ ਧੱਕਾ ਹੋ ਰਿਹਾ ਜਾਂ ਧੱਕਾ ਹੋਇਆ। ਤੇ ਇਸ ਕਰਕੇ ਮੈਂ ਤੁਹਾਡੇ ਲੋਕਾਂ ਨੂੰ ਵੀ ਇਹ ਕਹੂੰਗਾ ਕਿ ਇਸ ਸਮਾਜ ਦੇ ਇਦਾਂ ਦੇ ਕੇਸਾਂ ਜ਼ਰੂਰ ਖੜੇ ਹੋਇਆ ਕਰੋ। ਹੁਣ ਮੈਂ ਕੀ ਸੋਚਿਆ, ਮੈਂ ਐਜ਼ ਵਕੀਲ ਹੋਣ ਦੇ ਨਾਤੇ ਸੋਚਿਆ ਕਿ ਮੈਂ ਉਸ ਪਰਿਵਾਰ ਦੀ ਕੀ ਮਦਦ ਕਰ ਸਕਦਾ ਸੀ, ਤੇ ਮੈਨੂੰ ਤਾਂ ਇਸ ਤੋਂ ਵਧੀਆ ਤਰੀਕਾ ਹੋਰ ਨਹੀਂ ਮਿਲਿਆ ਵੀ ਮੈਂ ਉਹਨਾਂ ਲਈ ਖੜਾ ਹੋਣ ਲਈ। ਜੇ ਪਰਿਵਾਰ ਤਿਆਰ ਹੋਏਗਾ ਤੇ ਜਿੱਦਾਂ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਮਨਜ਼ੂਰ ਕੀਤਾ ਉਹਨਾਂ ਨੇ, ਤੇ ਮੈਂ ਆਪਣੀ ਉਹਨਾਂ ਨੂੰ ਸਰਵਿਸ ਦੇ ਦਿੱਤੀ। ਇੱਦਾਂ ਹੀ ਸਮਾਜ ਦੇ ਹਰ ਬੰਦੇ ਤੱਕ ਜਦੋਂ ਰਿਸਪੌਂਸਿਬਿਲਟੀ, ਤੁਸੀਂ ਮਾੜੇ ਨਹੀਂ ਆ, ਜਿਸ ਦਿਨ ਮੈਂ ਸੁਧਰ ਗਿਆ ਤੁਸੀਂ ਸੁਧਰੇ ਹੋ। ਅਸੀਂ ਦੂਜੇ 'ਚ ਉਂਗਲ ਚੱਕ ਦੇਈਦੀ ਫਟਾਫਟ ਕਿ ਦੂਜਾ ਗਲਤ ਹੈ, ਪਰ ਅਸੀਂ ਆਪਣੇ ਅੰਦਰ ਕਦੀ ਉਹ ਘੋਟਣਾ ਮਾਰ ਕੇ ਜਿਹਨੂੰ ਕਹੀਦਾ ਵੀ ਉਹ ਆਪਾਂ ਸੋਟਾ ਮਾਰ ਕੇ ਨਹੀਂ ਦੇਖਦੇ। ਜਿਸ ਦਿਨ ਮੈਂ ਡਿਸਿਪਲਿਨ 'ਚ ਹੋ ਗਿਆ ਨਾ ਜੀ, ਮੈਂ ਲਾਈਨ ਦੇ ਵਿੱਚ ਲਾਈਨ 'ਚ ਖੜੇ ਹੋਣਾ, ਮੇਰਾ ਖਿਆਲ ਤੁਹਾਨੂੰ ਕਹਿਣ ਦੀ ਨਹੀਂ ਲੋੜ ਪਏਗੀ, ਹਰ ਬੰਦਾ ਆਪਣੇ ਆਪ ਨੂੰ ਕਹਿ ਦੇਵੇ ਸਭ ਕੁਝ ਠੀਕ ਹੋ ਜਾਏਗਾ। ਬਾਕੀ ਸਮਾਜ 'ਚ ਜਾਂਦਾ ਇਸ ਚੀਜ਼ ਦਾ ਨੈਗੇਟਿਵ ਅਸਰ ਜਾਂਦਾ ਇਹਨਾਂ ਗੱਲਾਂ ਨਾਲ, ਪਰ ਉਹਦਾ ਇਲਾਜ ਕੀ ਹੈ? ਬੁਖਾਰ ਚੜ੍ਹ ਗਿਆ, ਹੁਣ ਦਵਾਈ ਤਾਂ ਖਾਣੀ ਪੈਣੀ ਹੈ। ਹੁਣ ਇਹ ਬੁਖਾਰ ਵਾਲੀ ਬਿਮਾਰੀ ਲਾ ਲਈਏ, ਕੈਂਸਰ ਦੀ ਬਿਮਾਰੀਆਂ ਨੂੰ ਗਿਣ ਲਈਏ, ਬਈ ਅਲਟੀਮੇਟਲੀ ਤਾਂ ਉਹਦਾ ਇਲਾਜ ਤਾਂ ਸਾਨੂੰ ਹੀ ਰਲ ਮਿਲ ਕੇ ਸੋਚਣਾ ਪਏਗਾ। ਕੱਲੀ ਸਰਕਾਰ, ਕੱਲੀ ਪੁਲਿਸ, ਕੱਲੇ ਡਾਕਟਰ, ਕੱਲੇ ਵਕੀਲ, ਕੱਲੇ ਜੱਜ, ਕੱਲੀ ਹੋਰ ਕੋਈ ਡਿਪਾਰਟਮੈਂਟ ਤੁਹਾਡੇ 'ਤੇ ਛੱਡ ਦਈਏ, ਆਈ ਡੋਂਟ ਥਿੰਕ ਦੈਟ ਇਜ਼ ਪ੍ਰੋਬੇਬਲ। ਸਾਨੂੰ ਸਭ ਨੂੰ ਸਜਗ ਹੋਣਾ ਪਏਗਾ ਆਪਣੇ ਹੱਕਾਂ ਪ੍ਰਤੀ। ਹੱਕਾਂ ਲਈ ਸਾਡੇ ਬਾਬਾ ਸਾਹਿਬ ਅੰਬੇਦਕਰ ਐਡੀ ਅੱਛੀ ਕਿਤਾਬ ਸਾਨੂੰ ਦੇ ਕੇ ਗਏ, ਸੰਵਿਧਾਨ, ਜਿਸ 'ਚ ਸਭ ਕੁਝ ਮੈਂਸ਼ਨ ਹੈ, ਪਰ ਅਸੀਂ ਨਾਅਰੇ ਲਾਉਂਦੇ ਹਾਂ, ਉਹਨੂੰ ਕਿਤਾਬ ਨੂੰ ਉਸ ਲੈਵਲ 'ਤੇ ਨਹੀਂ ਪੜ੍ਹਨਾ ਵੀ ਬਾਬਾ ਸਾਹਿਬ ਦੇ ਬੁੱਤ 'ਤੇ ਤਾਂ ਫੁੱਲ ਚੜ੍ਹਾ ਦਿੰਦੇ ਹਾਂ, ਪਰ ਬਾਬਾ ਸਾਹਿਬ ਕੀ ਕਹਿ ਕੇ ਗਏ ਅਸੀਂ ਮੇਰਾ ਖਿਆਲ ਨਹੀਂ ਸਮਝਦੇ। ਜੇ ਸਮਝਦੇ ਹੋਈਏ ਤਾਂ ਸਮਾਜ 'ਚ ਸਾਡੀ। ਆਖਰੀ ਕਮੈਂਟ ਲੈਣਾ ਚਾਹੂੰਗਾ ਇਸ ਪੂਰੇ ਕੇਸ ਦੇ ਉੱਤੇ, ਤੁਹਾਡੇ ਵੱਲੋਂ ਕਿੱਦਾਂ ਦੀ ਕਾਰਵਾਈ ਕੀਤੀ ਜਾਊਗੀ, ਕਿੱਦਾਂ ਦੀ ਭੂਮਿਕਾ ਨਿਭਾਈ ਜਾਏਗੀ ਇਸ ਕੇਸ ਦੇ ਵਿੱਚ, ਕਿੱਦਾਂ ਦੇਖ ਰਹੇ ਹੋ ਇਸ ਕੇਸ? ਮੈਂ ਤਾਂ ਪ੍ਰਮਾਤਮਾ ਦੀ ਮਿਹਰ ਨਾਲ ਆਪਣਾ ਬੈਸਟ ਜੋ ਹੋ ਸਕਦਾ, ਮੈਂ ਤੁਹਾਡੇ ਥਰੂ ਵੀ ਉਸ ਪਰਿਵਾਰ ਨਾਲ ਵੀ ਗੱਲ ਕੀਤੀ ਹੈ ਕਿ ਰਿਜ਼ਲਟ ਓਰੀਐਂਟਡ ਜੇ ਮੈਨੂੰ ਕੋਈ ਪੁੱਛੇ ਵੀ ਫਾਂਸੀ ਲੱਗੂਗੀ ਕਿ ਉਮਰ ਕੈਦ ਹੋਗੀ, ਆਈ ਐਮ ਨੋਬਡੀ ਟੂ ਕਮੈਂਟ, ਕਿਉਂਕਿ ਉਹ ਰੱਬ ਨੂੰ ਜਾਂ ਜੱਜ ਨੂੰ ਪਤਾ। ਮੇਰਾ ਕੰਮ ਹੈ ਕਿ ਉਸ ਨੂੰ ਉਸ ਅੰਜਾਮ ਤੱਕ, ਉਸ ਤੱਕ ਲੈ ਕੇ ਜਾਵਾਂ ਕਿ ਉਹਨਾਂ ਨੂੰ, ਜੇ ਮੈਂ ਪੀੜਿਤ ਪਰਿਵਾਰ ਨਾਲ ਖੜਾ ਤੇ ਪੀੜਿਤ ਪਰਿਵਾਰ ਨੂੰ ਇਨਸਾਫ ਮੈਂ ਤਦੇ ਦਿਵਾ ਸਕੂੰਗਾ ਕਿ ਦੋਸ਼ੀਆਂ ਨੂੰ ਵੱਧ ਤੋਂ ਵੱਧ, ਜਿਹਦੇ 'ਚ ਫਾਂਸੀ ਦੀ ਸਜ਼ਾ ਵੀ ਇਨਕਲੂਡ ਹੈ, ਉਹ ਹੋਵੇ ਤਾਂ ਕਿ ਉਸ ਪਰਿਵਾਰ ਨੂੰ ਮੈਂ ਸਕੂਨ ਦੇ ਸਕਾਂ। ਗੱਲਬਾਤ ਕਰਨ ਲਈ ਧੰਨਵਾਦ। ਸੋ ਇਹ ਸਨ ਐਡਵੋਕੇਟ ਨਵੀਨ ਜੈਰਤ ਜੀ, ਜਿਨ੍ਹਾਂ ਦੇ ਵੱਲੋਂ ਪਰਿਵਾਰ ਦੇ ਲਈ ਵੱਡਾ ਐਲਾਨ ਕੀਤਾ ਹੈ। ਉਸ ਮਾਸੂਮ ਧੀ ਦੇ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕੀਤਾ ਹੈ ਤਾਂ ਉੱਥੇ ਇਹ ਐਲਾਨ ਕੀਤਾ ਹੈ ਕਿ ਉਹ ਇਸ ਪੂਰੇ ਕੇਸ ਨੂੰ ਫ੍ਰੀ ਆਫ ਕਾਸਟ ਲੜਨਗੇ, ਕੋਈ ਫੀਸ ਨਹੀਂ ਲੈਣਗੇ, ਔਰ ਜਿਹੜੇ ਆਰੋਪੀ ਨੇ ਉਹਨਾਂ ਆਰੋਪੀਆਂ ਨੂੰ ਫਾਂਸੀ ਦੇ ਤਖ਼ਤੇ ਤੱਕ ਪਹੁੰਚਾਉਣ ਦੇ ਲਈ ਉਹ ਕਾਨੂੰਨੀ ਦਾਅ ਵਿੱਚ ਪੂਰੀ ਜੱਦੋ ਜਹਿਦ ਨਾਲ ਲਾਉਣਗੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਹੁਸ਼ਿਆਰਪੁਰ।